ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਬਬੀਹਾ ਖਸਮੈ ਕਾ ਮਹਿਲ ਨਾ ਜਾਣਹੀ। ਮਹਿਲ ਦੇਖ ਅਰਦਾਸ ਪਾਏ। ਆਪਣਾ ਭਾਣਾ ਬਹੁਤਾ ਬੋਲਹਿ। ਬੋਲਿਆ ਥਾਏ ਨਾ ਪਾਏ। ਬਬੀਹਾ ਖਸਮੈ ਕਾ ਮਹਿਲ ਨਾ ਜਾਣਹੀ। ਮਹਿਲ ਦੇਖ ਅਰਦਾਸ ਪਾਏ। ਆਪਣਾ ਭਾਣਾ ਬਹੁਤਾ ਬੋਲਹਿ। ਬੋਲਿਆ ਥਾਏ ਨਾ ਪਾਏ। ਖਸਮ ਵੱਡਾ ਦਾਤਾਰ ਹੈ। ਜੋ ਇਛੇ ਸੋ ਫਲ ਪਾਏ। ਬਬੀਹਾ ਕਿਆ ਬਪੁੜਾ। ਜਗਤੇ ਕੀ ਤਿਖ ਜਾਏ। ਖਸਮ ਵੱਡਾ ਦਾਤਾਰ ਹੈ। ਜੋ ਇਛੇ ਸੋ ਫਲ ਪਾਏ। ਬਬੀਹਾ ਕਿਆ ਬਪੁੜਾ। ਜਗਤੇ ਕੀ ਤਿਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੁ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਸਤਸੰਗੀ ਜਨੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੀਆਂ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ ਸਰਵਣ ਕੀਤੇ ਹਨ। ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਜੋ ਸ਼ਲੋਕ ਆਪ ਜੀਆਂ ਨੇ ਸਰਵਣ ਕੀਤਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਪ ਮਤ ਬੁੱਧ ਬਖਸ਼ਿਸ਼ ਕਰਕੇ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਓ ਤੇ ਇਕਾਗਰਤਾ ਦੀ ਦਾਤ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਦਾ ਪਾਵਨ ਪਵਿੱਤਰ ਸ਼ਲੋਕ, ਜਿਸ ਵਿੱਚ ਮੇਰੇ ਸਾਹਿਬ ਜੀ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਨੇ, ਹੇ ਬਬੀਹੇ ਜੀਵ, ਤੂੰ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਜੇ ਮਹਿਲ, ਮਹਿਲ ਤੋਂ ਭਾਵ ਹੈ ਉਹਦਾ ਘਰ, ਜੇ ਤੂੰ ਪ੍ਰਭੂ ਪਰਮਾਤਮਾ ਦਾ ਘਰ ਦੇਖਣਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਤੈਨੂੰ ਇੱਕ ਕਰਮ ਕਰਨਾ ਪਏਗਾ, ਕੰਮ ਕਰਨਾ ਪਏਗਾ। ਉਹ ਹੈ ਅਰਦਾਸ ਕਰਨੀ, ਉਹ ਹੈ ਬੇਨਤੀ ਕਰਨੀ, ਉਹ ਹੈ ਜੋਦੜੀ ਕਰਨੀ
ਪਿਛਲੀਆਂ ਵਿਚਾਰਾਂ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਹੈ ਕਿ ਬਬੀਹੇ ਦਾ ਜ਼ਿਕਰ ਇਸ ਮਲਾਰ ਦੀ ਵਾਰ ਵਿੱਚ ਬੜੀ ਵਾਰ ਆਇਆ ਹੈ। ਇਹ ਮਨੁੱਖ ਵਾਸਤੇ ਹੀ ਸਤਿਗੁਰੂ ਮਹਾਰਾਜ ਜੀ ਸ਼ਬਦ ਵਰਤਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤੋਂ ਪਹਿਲੇ ਸ਼ਲੋਕ ਵਿੱਚ ਭੁਲੇਖਾ ਵੀ ਕੱਢ ਦਿੱਤਾ ਹੈ ਕਿ ਬਬੀਹਾ ਇਹ ਜਗਤ ਹੈ, ਮਤ ਕੋ ਭਰਮ ਭੁਲਾਏ। ਭਈ ਮਤਾ ਕੋਈ ਇਹ ਭੁਲੇਖਾ ਖਾ ਜਾਵੇ ਕਿ ਅਸੀਂ ਬਾਰ-ਬਾਰ ਕਿਸੇ ਪਸ਼ੂ ਪੰਛੀ ਦਾ ਜ਼ਿਕਰ ਕਰ ਰਹੇ, ਨਹੀਂ ਸਗੋਂ ਇਸ ਜਗਤ ਦਾ ਜ਼ਿਕਰ ਕਰ ਰਹੇ ਹਾਂ, ਇਹਨਾਂ ਜੀਵਾਂ ਦਾ ਜ਼ਿਕਰ ਹੋ ਰਿਹਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਬਬੀਹੇ, ਜੇ ਤੂੰ ਉਸ ਮਾਲਕ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਘਰ ਵਿੱਚ ਪਹੁੰਚਣਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਇੱਕ ਕੰਮ ਕਰਕੇ ਅਰਦਾਸ ਕਰ, ਬੇਨਤੀ ਕਰ। ਜੇ ਤੂੰ ਅਰਦਾਸ ਬੇਨਤੀ ਕਰੇਂਗਾ ਤੇ ਕੇਵਲ ਮਾਲਕ ਆਪਣਾ ਘਰ ਹੀ ਨਹੀਂ ਤੈਨੂੰ ਵਿਖਾਏਗਾ, ਸਗੋਂ ਆਪਣੇ ਘਰ ਵਿੱਚ ਰੱਖੀਆਂ ਹੋਈਆਂ ਸਾਰੀਆਂ ਦਾਤਾਂ ਪ੍ਰਭੂ ਪਰਮਾਤਮਾ ਤੈਨੂੰ ਦੇ ਦੇਗਾ। ਅੱਜ ਦੇ ਸ਼ਬਦ ਦਾ ਇਹ ਸਮੁੱਚਾ ਭਾਵ ਹੈ। ਆਓ ਪਹਿਲਾਂ ਅਸੀਂ ਅਰਦਾਸ ਸੰਬੰਧੀ ਕੁਝ ਸ਼ਬਦ ਜਾਣੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੇ ਇਤਿਹਾਸ ਵਿੱਚੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਅਰਦਾਸ ਦੇ ਸੰਬੰਧ ਵਿੱਚ ਬੜੇ ਪ੍ਰਮਾਣ ਨੇ ਤੇ ਸਾਹਿਬ ਉਹਦਾ ਢੰਗ ਵੀ ਦੱਸਦੇ ਆ, ਉਹਦੀ ਜੁਗਤ ਵੀ ਦੱਸਦੇ ਨੇ। ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ, ਦੋਏ ਕਰ ਜੋੜ ਕਰੂੰ ਅਰਦਾਸ। ਕਰ ਕਹਿੰਦੇ ਨੇ ਹੱਥਾਂ ਨੂੰ, ਜੋੜ ਦਾ ਮਤਲਬ ਜੋੜ ਕੇ। ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਅਰਦਾਸ ਦੇ ਨਾਲ ਨਾਲ ਸਤਿਗੁਰੂ ਮਹਾਰਾਜ ਜੀ ਕਹਿੰਦੇ, ਦਾਵਾ ਨਾ ਕਰੀ, ਹੁਕਮ ਨਾ ਚਲਾਵੀਂ, ਸਗੋਂ ਪ੍ਰਭੂ ਪਰਮਾਤਮਾ ਨੂੰ ਇਹ ਕਵੀਂ ਕਿ ਹੇ ਵਾਹਿਗੁਰੂ, ਮੇਰੀ ਇਹ ਬੇਨਤੀ ਜਿਹੜੀ ਜੋਦੜੀ ਹੈ ਤੈਨੂੰ ਭਾ ਜਾਵੇ। ਜੇ ਉਹਨੂੰ ਭਾ ਗਈ ਤੇਰਾ ਕਾਰਜ ਰਾਸ ਆ ਜਾਏਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਗੜ ਨਾ ਕੋਉ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਤੇਰੇ ਆਦ ਬਿਆਰ ਤੇ ਉਪਾਦ ਵੀ ਚਲੇ ਜਾਣਗੇ ਜੇ ਤੂੰ ਮਾਲਕ ਦੇ ਦਰ ਦੇ ਉੱਤੇ ਆ ਕੇ ਅਰਜ਼ੋਈ ਕਰੇ। ਆਮ ਜ਼ਿੰਦਗੀ ਵਿੱਚ ਬੰਦਾ ਸ਼ਬਦ ਵਰਤਦਾ ਹੈ। ਅਸੀਂ ਕੋਈ ਵੀ ਕੰਮ ਹੋਵੇ, ਇੱਕ ਸ਼ਬਦ ਅਸੀਂ ਜ਼ਰੂਰ ਵਰਤਦੇ ਹਾਂ। ਆਪਾਂ ਕਹਿੰਦੇ, ਭਾਈ ਜੇ ਤੈਨੂੰ ਕੋਈ ਦੁੱਖ ਤਕਲੀਫ ਹੈ, ਚਾਹੇ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਏ, ਚਾਹੇ ਸਰੀਰਕ ਕੋਈ ਰੋਗ ਲੱਗ ਜਾਏ, ਚਾਹੇ ਮਾਨਸਿਕ ਰੋਗੀ ਹੋ ਜਾਏ, ਕੋਈ ਵੀ ਕਾਰਨ ਬਣੇ ਤੇ ਆਪਾਂ ਇੱਕੋ ਹੀ ਸ਼ਬਦ ਉਸੇ ਵੇਲੇ ਉਸ ਬੰਦੇ ਨੂੰ ਕਹਿੰਦੇ ਆ ਵੀ ਭਾਈ ਜੇ ਨਹੀਂ ਕੋਈ ਚਾਰਾ ਚੱਲਿਆ ਤੇ ਅਰਦਾਸ ਕਰ। ਇਹ ਆਪਾਂ ਸ਼ਬਦ ਵਰਤੇ ਕਿ ਭਾਈ ਅਰਦਾਸ ਕਰ, ਗੁਰੂ ਚਰਨਾਂ 'ਚ ਜਾ ਕੇ ਬੇਨਤੀ ਕਰ, ਜੋਦੜੀ ਕਰ। ਅਰਦਾਸ ਅਸਲ ਵਿੱਚ ਗੁਰਮੁਖੋ ਵਿਦਵਾਨ ਇਹ ਕਹਿੰਦੇ ਨੇ, ਇਹ ਠੀਕ ਹੈ ਕਿ ਸ਼ਬਦ ਅਸੀਂ ਜਿਹੜੇ ਸਿੱਖ ਰਹਿਤ ਮਰਜ਼ਾਦਾ ਵਿੱਚ ਬਣਾ ਦਿੱਤੇ, ਅਸੀਂ ਉਹਨਾਂ ਸ਼ਬਦਾਂ ਨੂੰ ਪੰਥਕ ਤੌਰ ਤੇ ਅਰਦਾਸ ਕਰਨੀ ਹੈ, ਪਰ ਜਿੱਥੇ ਗੱਲ ਭਾਵਨਾ ਦੀ ਉੱਥੇ ਜਾ ਕੇ ਕੋਈ ਸ਼ਬਦ ਨਹੀਂ। ਜਿੱਥੇ ਜਾ ਕੇ ਭਾਵਨਾ ਦੀ ਗੱਲ ਹੈ ਨਾ, ਉੱਥੇ ਜਾ ਕੇ ਕੋਈ ਸ਼ਬਦ ਨਹੀਂ, ਕਿਉਂਕਿ ਅਰਦਾਸ ਤਾਂ ਅੰਦਰ ਦੀ ਬਿਹਬਲਾ ਹੈ। ਅਰਦਾਸ ਤਾਂ ਅੰਦਰ ਦਾ ਇੱਕ ਕਹਿ ਲਓ ਕਿ ਮਨੁੱਖ ਦਾ ਵਹਾਓ ਹੈ ਕਿ ਉਸ ਵੇਲੇ ਉਹਦੇ ਅੰਦਰ ਕੀ ਸ਼ਬਦ ਚੱਲਦੇ ਪਏ ਨੇ। ਜਦੋਂ ਆਪਣੇ ਮਾਲਕ ਦੇ ਦਰ ਉੱਤੇ ਆ ਕੇ ਅਰਜ਼ੋਈ ਕਰਦਾ ਹੈ, ਇਹ ਤਾਂ ਉਹਦੇ ਆਪਣੇ ਅੰਦਰ ਦੀ ਗੱਲ ਹੈ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਦੇ ਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਮੈਂ ਸਾਰੇ ਜਗਤ ਨੂੰ ਤੱਕਿਆ, ਸਾਰੇ ਜਗਤ ਨੂੰ ਤੱਕ ਕੇ ਮੇਰੇ ਹਿਰਦੇ ਵਿੱਚੋਂ ਇੱਕ ਆਵਾਜ਼ ਨਿਕਲੀ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤੈ ਲਿਓ ਬਾਰ। ਮੈਂ ਤਾਂ ਸਾਰੇ ਜਗਤ ਵਾਸਤੇ ਬੇਨਤੀ ਕੀਤੀ ਹੈ, ਵਾਹਿਗੁਰੂ ਇਹ ਸਾਰਾ ਜਗਤ ਸੜਦਾ ਪਿਆ ਹੈ, ਇਹਨੂੰ ਬਚਾ ਲੈ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਪਹਿਲੀ ਗੱਲ ਤੇ ਇਹ ਕਿ ਮਨੁੱਖ ਨੂੰ ਅਰਦਾਸ ਕਰਨ ਦੀ ਜਾਚ ਆ ਜਾਵੇ। ਤੇ ਅਰਦਾਸ ਕਰਨ ਵਾਸਤੇ ਵਿਦਵਾਨ ਕਹਿੰਦੇ ਨੇ ਕੁਝ ਗੱਲਾਂ ਜ਼ਰੂਰੀ ਨੇ ਬੰਦੇ ਨੂੰ, ਜਿਨ੍ਹਾਂ ਦੇ ਉੱਤੇ ਅਮਲ ਕਰੇ ਜੇ ਉਹਨੇ ਅਰਦਾਸ ਕਰਨੀ ਹੈ। ਤੇ ਸਭ ਤੋਂ ਪਹਿਲੀ ਵਿਦਵਾਨ ਇਹ ਕਹਿੰਦੇ ਨੇ ਕਿ ਅਰਦਾਸ ਕਰਨ ਲੱਗਿਆਂ ਬੰਦੇ ਦੇ ਅੰਦਰ ਨਿਮਰਤਾ ਭਾਵ ਹੋਵੇ। ਦੂਜਾ ਵਿਦਵਾਨ ਕਹਿੰਦੇ ਨੇ ਕਿ ਅਰਦਾਸ ਕਰਨ ਵਾਲਾ ਜਿਹਦੇ ਅੱਗੇ ਅਰਦਾਸ ਕਰਦਾ ਹੈ ਉਹਨੂੰ ਹੁਕਮ ਨਾ ਸੁਣਾਵੇ, ਸਗੋਂ ਬੇਨਤੀ ਜੋਦੜੀ ਕਰੇ। ਤੀਜੀ ਗੱਲ, ਜਿਹਦੇ ਅੱਗੇ ਅਰਦਾਸ ਕਰਦਾ ਉਹਦੇ ਉੱਤੇ ਭਰੋਸਾ ਹੋਵੇ। ਇਹ ਤਿੰਨ ਚਾਰ ਚੀਜ਼ਾਂ ਵਿਦਵਾਨ ਕਹਿੰਦੇ ਨੇ ਅਰਦਾਸ ਕਰਨ ਵਾਲੇ ਕੋਲੇ ਜ਼ਰੂਰੀ ਚਾਹੀਦੀਆਂ ਨੇ। ਵੈਸੇ ਜਦੋਂ ਵਿਦਵਾਨਾਂ ਨੇ ਅਰਦਾਸ ਦੇ ਅਰਥ ਕੀਤੇ ਨੇ ਇੱਕ ਇੱਕ ਸ਼ਬਦ ਦੇ, ਕਿਉਂਕਿ ਅਰਦਾਸ ਦੇ 4 ਅੱਖਰ ਨੇ, ਇੱਕ ਐੜਾ ਹੈ, ਦੂਜਾ ਰਾਰਾ ਹੈ, ਤੀਸਰਾ ਦੱਦਾ ਹੈ ਤੇ ਚੌਥਾ ਸ਼ਬਦ ਸੱਸਾ ਹੈ। 4 ਸ਼ਬਦਾਂ ਦੇ ਸੁਮੇਲ ਨਾਲ ਅਰਦਾਸ ਬਣਦੀ ਹੈ। ਤੇ ਜਦੋਂ ਵਿਦਵਾਨ ਇਸ ਦੀ ਕੱਲੇ ਕੱਲੇ ਅੱਖਰ ਨੂੰ ਲੈਂਦੇ ਨੇ, ਉਹ ਕਹਿੰਦੇ ਕੱਲੇ ਕੱਲੇ ਅੱਖਰ ਦਾ ਵੀ ਬੜਾ ਵੱਡਾ ਮਹਾਤਮ ਹੈ। ਐੜੇ ਤੋਂ ਭਾਵ ਹੈ ਜਦੋਂ ਤੂੰ ਆਪਣੇ ਮਾਲਕ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਜਾਵੇਂ
ਜਿਸ ਮਾਲਕ ਦੇ ਚਰਨਾਂ 'ਚ ਅਰਜ਼ੋਈ ਕਰ ਰਿਹਾ ਹੈ, ਇਹ 4 ਅੱਖਰ ਤੈਨੂੰ ਪਹਿਲਾਂ ਕੁਝ ਕਹਿੰਦੇ ਨੇ। ਐੜਾ ਤੈਨੂੰ ਇਹ ਕਹਿੰਦਾ ਕਿ ਜਿਹਦੇ ਅੱਗੇ ਅਰਦਾਸ ਕਰਦਾ ਉਹ ਅੰਤਰਜਾਮੀ ਹੈ, ਉਹ ਦਿਲਾਂ ਦੀਆਂ ਜਾਣਨ ਵਾਲਾ ਹੈ। ਤੂੰ ਨਹੀਂ ਵੀ ਕੁਝ ਬੋਲਦਾ, ਉਹ ਤਾਂ ਵੀ ਤੇਰੀ ਸਾਰੀ ਗੱਲ ਨੂੰ ਸਮਝਦਾ ਹੈ। ਐੜੇ ਤੋਂ ਭਾਵ ਹੈ ਅੰਤਰਜਾਮੀ। ਅੱਗੇ ਸ਼ਬਦ ਆਉਂਦਾ ਰਾਰਾ, ਰਾਰੇ ਤੋਂ ਭਾਵ ਹੈ ਕੇਵਲ ਅੰਤਰਜਾਮੀ ਹੀ ਨਹੀਂ, ਜਿਹਦੇ ਅੱਗੇ ਤੂੰ ਅਰਜ਼ੋਈ ਕਰਨ ਵਾਸਤੇ ਆਇਆ ਉਹ ਰੱਖਿਆ ਵੀ ਕਰਦਾ ਹੈ। ਤੇ ਤੀਸਰਾ ਸ਼ਬਦ ਹੈ ਦੱਦਾ, ਕਹਿਣ ਲੱਗੇ ਜਿੱਥੇ ਉਹ ਅੰਤਰਜਾਮੀ ਹੈ, ਜਿੱਥੇ ਉਹ ਰੱਖਿਆ ਕਰਨ ਵਾਲਾ ਹੈ, ਉੱਥੇ ਬਹੁਤ ਵੱਡਾ ਦਾਤਾ ਵੀ ਹੈ। ਤੀਸਰੇ ਸ਼ਬਦ ਦੇ ਵਿਦਵਾਨਾਂ ਨੇ ਅਰਥ ਕੀਤੇ, ਦੱਦੇ ਤੋਂ ਭਾਵ ਹੈ ਦਾਤਾ, ਤੇ ਕਹਿਣ ਲੱਗੇ ਸੱਸੇ ਤੋਂ ਭਾਵ ਇਹ ਬਣਦਾ ਹੈ ਕਿ ਜਿਹਦਾ ਕੋਈ ਨਹੀਂ, ਉਹਦਾ ਸਹਾਰਾ ਪਰਮਾਤਮਾ ਬਣਦਾ ਹੈ, ਪਰਮੇਸ਼ਰ ਬਣਦਾ ਹੈ। ਹੁਣ ਜੇ ਅਸੀਂ ਇਹਨਾਂ 4 ਸ਼ਬਦਾਂ ਨੂੰ ਵੀ ਲੈ ਲਈਏ ਤੇ ਸੱਚਮੁੱਚ ਹੀ ਮਨੁੱਖ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਜਿਹਦੇ ਮੈਂ ਅੱਗੇ ਅਰਦਾਸ ਕਰਦਾ ਉਹ ਅੰਤਰਜਾਮੀ ਹੈ, ਉਹ ਰੱਖਿਆ ਕਰਨ ਵਾਲਾ ਹੈ, ਉਹ ਦਾਤਾ ਹੈ ਤੇ ਸਹਾਰਾ ਦੇਣ ਵਾਲਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਪਿਆਰਿਓ, ਜਦੋਂ ਮਨੁੱਖ ਦੇ ਅੰਦਰੋਂ ਇਹ ਅਰਦਾਸ ਨਿਕਲੀ ਤੇ ਕੀ ਸੱਚਮੁੱਚ ਅਰਦਾਸ ਕਰਨ ਵਾਲਿਆਂ ਦਾ ਕੁਝ ਸਵਰਿਆ ਵੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਆਪਾਂ ਦੇਖਣਾ ਹੈ। ਭਗਤ ਨਾਮਦੇਵ ਜੀ ਨੂੰ ਪੁੱਛੋ, ਜਦੋਂ ਤੁਸੀਂ ਮਾਲਕ ਦੇ ਚਰਨਾਂ 'ਚ ਅਰਦਾਸ ਕੀਤੀ, ਕਿ ਤੁਹਾਡੀ ਅਰਦਾਸ ਸੁਣੀ ਗਈ? ਤੇ ਨਾਮਦੇਵ ਭਗਤ ਕਹਿਣ ਲੱਗਾ, ਕੇਵਲ ਸੁਣੀ ਹੀ ਨਹੀਂ ਗਈ, ਮੈਨੂੰ ਤਾਂ ਰੱਬ ਨੇ ਅਰਦਾਸ ਜਦੋਂ ਮੈਂ ਉਹਦੇ ਚਰਨਾਂ 'ਚ ਜਾ ਕੇ ਕੀਤੀ, ਮੇਰੇ ਨਾਲ ਗੱਲ ਕੀਤੀ, ਮੇਰੇ ਮਾਲਕ ਨੇ ਮੇਰੇ ਨਾਲ ਬਾਤਾਂ ਕੀਤੀਆਂ, ਮੇਰੇ ਪਰਮੇਸ਼ਰ ਨੇ। ਉੱਥੇ ਸ਼ਬਦ ਨੇ ਭਗਤ ਨਾਮਦੇਵ ਜੀ ਦੇ, ਕਹਿਣ ਲੱਗੇ ਜਦੋਂ ਮੈਂ ਆਪਣੇ ਮਾਲਕ ਦੇ ਦਰ ਉੱਤੇ ਗਿਆ ਤੇ ਮੈਂ ਜਾ ਕੇ ਆਪਣੇ ਮਾਲਕ ਦਾ ਦਰਵਾਜ਼ਾ ਖੜਕਾਇਆ ਤੇ ਮੇਰੇ ਮਾਲਕ ਨੇ ਅੱਗੋਂ ਮੈਨੂੰ ਇਹ ਆਵਾਜ਼ ਦੇ ਕੇ ਪੁੱਛਿਆ, ਤੂੰ ਕੌਣ ਰੇ? ਬਈ ਤੂੰ ਕੌਣ ਹੈ ਜਿਹੜਾ ਮੇਰੇ ਦਰ ਉੱਤੇ ਆਇਆ ਹੈ, ਮੇਰਾ ਦਰਵਾਜ਼ਾ ਆ ਕੇ ਖੜਕਾਇਆ, ਤੂੰ ਕੌਣ ਰੇ? ਮੈਂ ਜੀ ਨਾਮਾ ਹੋ ਜੀ, ਮੈਂ ਨਾਮਦੇਵ ਆ ਜੀ, ਤੁਹਾਡੇ ਦੁਆਰੇ ਤੇ ਆਇਆ ਹਾਂ। ਤੇ ਰੱਬ ਪੁੱਛਦਾ ਵੀ ਕਿਸ ਵਾਸਤੇ ਆਇਆ? ਕਹਿੰਦਾ ਇਸ ਵਾਸਤੇ ਆਇਆ, ਆਲਾ ਤੇ ਨਿਵਾਰਨਾ ਜਮ ਕਾਰਨਾ, ਮੈਨੂੰ ਜਮਾਂ ਦੀ ਫਾਹੀ ਤੋਂ ਬਚਾ ਲੈ ਪਰਮਾਤਮਾ, ਇਸ ਕਰਕੇ ਤੇਰੇ ਦਰ ਤੇ, ਤੇਰੇ ਦਰਵਾਜ਼ੇ ਉੱਤੇ ਆਇਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਤੱਕਦੇ ਹਾਂ ਕਿ ਕੀ ਭਗਤਾਂ ਦੇ ਨਾਲ ਰੱਬ ਨੇ ਗੱਲਾਂ ਕੀਤੀਆਂ, ਉਹਨਾਂ ਦੀਆਂ ਅਰਦਾਸਾਂ ਪਹੁੰਚੀਆਂ, ਤੇ ਨਾਮਦੇਵ ਭਗਤ ਜੀ ਕਹਿਣ ਲੱਗੇ, ਜਿਸ ਦਿਨ ਮੈਨੂੰ ਪਕੜ ਲਿਆ ਗਿਆ ਸੀ, ਲੋਕਾਂ ਦੇ ਕਹਿਣ ਉੱਤੇ ਰਾਜੇ ਨੇ ਮੈਨੂੰ ਬੰਨ੍ਹ ਲਿਆ, ਉਸ ਦਿਨ ਵੀ ਅਰਦਾਸ ਮਾਲਕ ਦੇ ਚਰਨਾਂ 'ਚ ਮੇਰੀ ਪਹੁੰਚੀ ਸੀ। ਉਹਨਾਂ ਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਗਰੜ ਚੜ੍ਹੈ ਗੋਬਿੰਦ ਆਏ ਲਾ, ਰੱਬ ਪਰਮਾਤਮਾ ਮੇਰੇ ਕੋਲੇ ਆਇਆ ਤੇ ਮੈਨੂੰ ਆ ਕੇ ਕਹਿਣ ਲੱਗਾ, ਕਹੇ ਤਾਂ ਧਰਨ ਇਕੌਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ, ਕਹੇ ਤਾਂ ਮੋਈ ਗਊ ਦਿਉ ਜਿਵਾਏ, ਸਭ ਕੋ ਦੇਖੇ ਪਤਿਆਏ। ਇਹਦਾ ਮਤਲਬ ਇਹ ਅਰਦਾਸ ਭਗਤ ਨਾਮਦੇਵ ਜੀ ਦੀ ਮਾਲਕ ਦੇ ਦਰ ਉੱਤੇ ਪਹੁੰਚਦੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਹੋਰ ਵੀ ਤੱਕਦੇ ਹਾਂ ਕਿ ਕੀ ਭਗਤਾਂ ਨੇ ਜਦੋਂ ਅਰਦਾਸ ਕੀਤੀ, ਸਧਨਾ ਜੀ ਕੀ ਕਹਿੰਦੇ ਨੇ? ਉਹ ਕਹਿੰਦੇ ਨੇ, ਮੈਂ ਨਾਹੀ ਕਿਛ ਹਉ ਨਾਹੀ ਕਿਛ ਆਹੇ ਨ ਮੋਰਾ, ਅਵਸਰ ਲੱਜਾ ਰਾਖ ਲੋ ਸਧਨਾ ਜਨ ਤੋਰਾ। ਹੈ ਵਾਹਿਗੁਰੂ ਮੇਰੀ ਲਾਜ ਰੱਖ, ਤੇ ਪਰਮਾਤਮਾ ਨੂੰ ਦੀ ਲਾਜ ਰੱਖੀ। ਭਾਈ ਗੁਰਦਾਸ ਨੂੰ ਪੁੱਛ ਕੇ ਦੇਖੋ ਕੀ ਅਰਦਾਸ ਜਦੋਂ ਸਿੱਖ ਭਾਵਨਾ ਨਾਲ ਕਰਦਾ ਹੈ ਤੇ ਉਹਦੀ ਅਰਦਾਸ ਮਾਲਕ ਦੇ ਦਰ ਤੇ ਕਬੂਲ ਹੁੰਦੀ ਕਿ ਨਹੀਂ ਹੁੰਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਭਗਤ ਦੇ ਜੀਵਨ ਦੀ ਉਦਾਹਰਨ ਦੇ ਕੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤੀ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਤੇ ਭਾਈ ਸਾਹਿਬ ਕਹਿੰਦੇ, ਆਏ ਸੰਤ ਪਰਾਉਣੇ ਕੀਰਤਨ ਹੋਆ ਰਹਿਣ ਸਬਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਇੱਥੋਂ ਤੱਕ ਭਾਈ ਗੁਰਦਾਸ ਜੀ ਕਹਿੰਦੇ ਨੇ ਰੱਬ ਦੇ ਨਾਲ ਜੁੜ ਗਿਆ ਭਗਤ ਸੈਣ। ਅੱਗੋਂ ਰੱਬ ਨਾਲ ਜੁੜੇ ਹੋਏ ਸੈਣ ਭਗਤ ਦੇ ਮਨ ਦਾ ਕੇਵਲ ਫੁਰਨਾ ਬਣਿਆ। ਅਰਦਾਸ ਦੇ ਸ਼ਬਦ ਤਾਂ ਉਹ ਸੈਣ ਹੀ ਜਾਣਦਾ ਵੀ ਕਿਹੜੇ ਉਹਨੇ ਕਹੇ ਹੋਣਗੇ, ਪਰ ਉਹਦੇ ਅੰਦਰ ਫੁਰਨਾ ਤੇ ਉੱਠਿਆ ਨਾ, ਇਹ ਫੁਰਨਾ ਉੱਠਿਆ ਕਿ ਸਾਰੀ ਰਾਤ ਰੱਬ ਦੇ ਪਿਆਰਿਆਂ ਦੇ ਨਾਲ ਬੰਦਗੀ ਵਿੱਚ ਬਤੀਤ ਹੋ ਗਈ। ਤੇ ਰੱਬ ਜੀ ਜਦੋਂ ਮੈਂ ਦਿਨੇ ਜਾਵਾਂਗਾ ਰਾਜੇ ਦੇ ਕੋਲੇ, ਪੁੱਛੇਗਾ ਆਇਆ ਨਹੀਂ, ਕੰਮ ਵਾਸਤੇ ਨਹੀਂ ਆਇਆ, ਮੁੱਠੀ ਚਾਪੀ ਕਰਨੀ ਹੈ, ਕੀ ਜਵਾਬ ਦਿਆਂਗਾ? ਉਹਦੇ ਸ਼ਬਦਾਂ ਨੂੰ ਇਉਂ ਕਹਿ ਲਓ, ਪ੍ਰਭੂ ਦੇ ਦਰਬਾਰ ਵਿੱਚ ਪਹੁੰਚੇ ਤੇ ਭਾਈ ਗੁਰਦਾਸ ਜੀ ਕਹਿੰਦੇ, ਸੈਨ ਰੂਪ ਹਰ ਹੋਏ ਕਹਿ ਆਇਆ ਰਾਣੇ ਨੂੰ ਰਿਜ਼ਾਈ। ਕਹਿਣ ਲੱਗੇ ਸੈਨ ਦੀ ਜਗ੍ਹਾ ਤੇ ਰੱਬ ਪਰਮਾਤਮਾ ਨੇ ਆਪ ਉਹਦੇ ਕਾਰਜ ਸਵਾਰੇ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਹ ਗੱਲ ਦੀ ਗਵਾਹੀ ਭਰਦੀ ਹੈ ਕਿ ਜਹ ਜਹ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉਠ ਧਾਵੈ ਸੇਵਕ ਕਉ ਨਿਕਟੀ ਹੋਏ ਦਿਖਾਵੇ। ਪਰ ਸੇਵਕ ਉਹਨਾਂ ਭਗਤਾਂ ਵਰਗਾ ਕੋਈ ਹੋਵੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਇਕਮਿਕਤਾ ਹਾਸਲ ਕੀਤੀ। ਤੇ ਸਾਹਿਬ ਕਹਿੰਦੇ ਨੇ ਸਭ ਤੋਂ ਇੱਕੋ ਹੀ ਤਰੀਕਾ ਹੈ ਪਰਮਾਤਮਾ ਦੇ ਦਰ ਤੱਕ ਪਹੁੰਚਣ ਦਾ, ਉਹ ਹੈ ਅਰਦਾਸ, ਉਹ ਹੈ ਜੋਦਰੀ, ਉਹ ਹੈ ਬੇਨਤੀ।
आओ थोड़ा जिहा इतिहासक पक्ष भी नाल लै लईए। जिथे गुरु ग्रंथ साहिब की बाणी विच अरदास संबंधी बेअंत प्रमाण ने, उत्थे असीं इतिहासक पक्ष नाल लवांगे तां कि गल पूरी पकड़ च आ जाए कि अरदास सचमुच जदों कोई भावना नाल करदा है ते की मालक दे दर ते पहुँचदी है, ते पहुँची हुई अरदास की रहमतां वरताउंदी है। सतगुरु गरीब नवाज पातशाह महाराज जी, धन श्री गुरु हरगोबिंद सच्चे पातशाह, भाई की डलोली विखे दो सिख साधु ते भाई रूपा। असीं कई वार साखियां सुनियां, पर प्रकरण के मुताबक बेनती कर रहे हैं। अरदास पानी हथ विच लैके दोनों जाने, ठंडा जल है तो पीण तो पहला एकदम मन विच अरदास। की शब्द होणगे साधु ते रूपे दे आपां नूं कोई नहीं पता, उन्हां दे अंदर दी की भावना होएगी, की अंदरों शब्द उन्होंने बोले होणगे, ये तो साधु ते रूपा ही जानदा। पर साडे वास्ते साखी बन गई, साडे वास्ते इतिहास बन गया। साधु ते रूपे दे कहे हुए शब्द गुरु हरगोबिंद महाराज जी तक पहुँचे तो मेरे साहब वो बाग विच उतारा करते हैं। सतगुरु महाराज जी ने जाके दोनों के मोढे ते हथ रखा। गुरु हरगोबिंद महाराज जी ने कहन लगे, बड़ी प्यास लगी है, ठंडा जल छका दो। ਇਹਦਾ मतलब कीती हुई भाई साधु ते रूपे की अरदास गुरु हरगोबिंद महाराज जी के दर ते पहुँची तो मेरे सतगुरु महाराज ने जाके उन्हों का जल छकिया है। जदों असीं सतगुरु गरीब नवाज पातशाह महाराज जी के बाणी के नाल इतिहासक पक्ष, बड़ा वैसे इतिहास का अरदासां दे नाल भरिया पिया, पर मैं कुछ प्रमाण लैने हैं। सतगुरु गुरु तेग बहादुर सच्चे पातशाह महाराज जी जिस वेले बाबा बकाला साहब की धरती ते है, इधर एक सेठ अपना जहाज किनारे लाउण लई यतन करदा पिया, पर उस बेड़े विच कह लो कि समुंदर विच तूफान आ गया तो मलाह ने कह दिता इस वेले कोई चारा नहीं, हुण तां जहाज डुबिया है, जे तेरे कोले कोई चारा है तो मक्खण शाह तू कर सकदा नहीं, तो जहाज भी डुब जाएगा, आपां भी सारे डुब जावांगे, समान भी डुब जाएगा। उन्हें कहा एक मलाह है जिहड़ा इस बेड़े नूं पार ला सकदा है। उत्थे साहीकारे कहिंदे ने कि मक्खण शाह लबाणे ने नेत्र बंद कीते, जपजी साहिब दा पाठ कीता। जपजी साहिब दा पाठ करन तो बाद उहदे अंदरों आवाज़ निकली, ऐ धन गुरु नानक सच्चे पातशाह महाराज जी, तुसी जिस भी जोत विच इस वेले वरतदे हो दाता, हुण इस वेले सहारा कोई नहीं, कोई आसरा नहीं। इस वेले डुबदे हुए जहाज नूं केवल तुसी बन्ने ला सकदे हो, मेरे सामने केवल मलाह तुसी हो। ते सचमुच मैं जदों अरदास दे उन्हां चार शब्दां नूं बरीकी नाल तकिया कि उहदे विच शब्द आया सस्सा सहारा है, ते की गुरु तेग बहादुर महाराज जी ने सहारा दिता नहीं? मक्खण शाह दे डुबदे हुए बेड़े नूं गुरु तेग बहादुर महाराज जी ने सहारा दिता तो वह बेड़ा पार हो गया। इसका मतलब मक्खण शाह के हृदय विचों जिहड़ी अरदास निकली होवेगी, जिहड़े शब्द निकले होणगे, एक केवल मक्खण शाह जानदा। पर साडे वास्ते इतिहास बन गया कि मक्खण शाह के कहे हुए शब्द सतगुरु गुरु तेग बहादुर महाराज जी तक पहुँच गए। इसका मतलब एक ये हो गया कि अरदास जदों असीं करदे हां, साडी अरदास आखिर तक कोई सुनदा पिया है। ये भावना सिख दे अंदर चाहिए भी जिहड़ी मैं अरदास करदा उन्होंने सुनदा जरूर है कोई। सतगुरु महाराज जी भावें ये भी कह रहे अज दे शब्द विच कि ऐ बबीहा जीव तू नाम ही बोले तां भी तेरे बोलिया होया सुनदा पिया। ते सतगुरु गरीब नवाज पातशाह महाराज जी कहते हैं बिन बोलिया सब कुछ जानदा, किसे आग्या कीचे अरदास, नाम ही कोई शब्द कहीए तो तां भी वह शब्द साडे प्रभु परमात्मा परमेश्वर सुनदा है। आओ अरदास संबंधी मैं एक होर तुहाडे सामने इतिहासक पक्ष लैके फिर शब्द की विचार वाले बन्ने आवांगा। सतगुरु गुरु कलगीधर सच्चे पातशाह महाराज जी आनंदपुर साहिब की धरती ते ने। प्रकरण है मेरा अरदास केवल कि अरदास सिख जदों करदा है तो कि इस अरदास का असर भी हुंदा है, कि इस अरदास नाल रहमतां भी वरतदियां ने। धन गुरु कलगीधर सच्चे पातशाह महाराज जी दम आनंदपुर साहिब की धरती ते ने। सतगुरु रहमतां वरताउंदे ने ते गुरु गोबिंद सिंह सच्चे पातशाह महाराज जी ने एक ऐलान किया है। साहब जी कहते हैं हुण जिसने भी इस घर में आउणा है, जिथे बाकी दियां भेटावां लैके आउंदे उत्थे मैनूं एक ये भी भेटा चाहिदी है, चंगे शस्त्र, चंगे घोड़े, चंगियां जवानियां चाहिदियां ने। गुरु कलगीधर सच्चे पातशाह महाराज जी ने हुक्मनामे भेजे। सतगुरु महाराज जी के चरणों में एक सिख जाता है, कई दिनों तो रीझ के नाल ढाल बना के सतगुरु गुरु गोबिंद सिंह महाराज जी के चरणों में लैके गया। अरदास का असर देखियो भी है। इस सिख ने धन गुरु गोबिंद सिंह महाराज जी के चरणों में जाके अपनी ढाल भेटा की ते सतगुरां नूं नमस्कार कर दी। इस सिख का नाम है भाई लाल सिंह। धन गुरु गोबिंद सिंह सच्चे पातशाह महाराज जी ने सिख की ढाल वाले बड़ी रीझ नाल तकिया।
ਧੰਨ ਗੁਰੂ ਗੋਬਿੰਦ ਸਿੰਘ ਨੇ ਇਸ ਢਾਲ ਨੂੰ ਆਪਣੇ ਹੱਥਾਂ ਵਿੱਚ ਵੀ ਲਿਆ ਹੈ ਤੇ ਮੇਰੇ ਸਾਹਿਬ ਬਾਰ-ਬਾਰ ਇਸ ਢਾਲ ਨੂੰ ਤੱਕਦੇ ਨੇ ਤੇ ਭਾਈ ਲਾਲ ਸਿੰਘ ਵੱਲੇ ਵੇਖਦੇ ਨੇ, ਕਦੀ ਢਾਲ ਵੱਲੇ ਵੇਖਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਲਾਲ ਸਿੰਘ ਕਹਿੰਦਾ, ਮਹਾਰਾਜ ਕਈ ਦਿਨਾਂ ਦੀ ਮਿਹਨਤ ਕਰਕੇ ਮੈਂ ਇਸ ਢਾਲ ਨੂੰ ਤਿਆਰ ਕੀਤਾ, ਕਈ ਦਿਨਾਂ ਦੀ ਮਿਹਨਤ ਕਰਕੇ। ਦਾਤਾ ਮੈਂ ਇੰਨੀ ਕੁ ਮਿਹਨਤ ਕੀਤੀ ਇਸ ਢਾਲ ਉੱਤੇ, ਮੇਰਾ ਇਹ ਦਾਅਵਾ ਹੈ ਕਿ ਇਸ ਢਾਲ ਦੇ ਵਿੱਚ ਦੀ ਕੋਈ ਗੋਲੀ ਨਹੀਂ ਕੱਢ ਸਕਦਾ, ਇਸ ਢਾਲ ਵਿੱਚ ਦੀ ਕੋਈ ਗੋਲੀ ਨਹੀਂ ਕੱਢ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕਦੇ ਨੇ, ਵੇਖਦੇ ਨੇ ਉਸ ਢਾਲ ਨੂੰ ਘੁਮਾ ਘੁਮਾ ਕੇ ਤੇ ਗੱਲਬਾਤ ਕਰਦਿਆਂ ਵਿਚਾਰ ਕਰਦਿਆਂ ਲਾਲ ਸਿੰਘ ਦੇ ਕੋਲੋਂ ਇਹ ਸ਼ਬਦ ਨਿਕਲ ਗਿਆ ਕਿ ਮਹਾਰਾਜ ਜੇ ਤੁਸੀਂ ਮੇਰੇ ਤੇ ਭਰੋਸਾ ਕਰੋ ਤੇ ਮੈਂ ਇਹ ਕਵਾਂਗਾ ਇਸ ਢਾਲ ਵਿੱਚ ਦੀ ਕੋਈ ਗੋਲੀ ਨਹੀਂ ਕੱਢ ਸਕਦਾ। ਮੈਂ ਇਹ ਕਵਾਂਗਾ ਜੇ ਤੁਸੀਂ ਵੀ ਇਸ ਢਾਲ ਵਿੱਚ ਦੀ ਗੋਲੀ ਕੱਢਣਾ ਚਾਹੋਗੇ ਤੇ ਨਹੀਂ ਇਹਦੇ ਵਿੱਚ ਦੀ ਗੋਲੀ ਨਿਕਲੇਗੀ। ਹੁਣ ਇਹਦਾ ਮਤਲਬ ਇਹ ਨਹੀਂ ਸੀ ਕਿ ਸਿੱਖ ਦਾ ਗੁਰੂ ਉੱਤੇ ਕੋਈ ਸ਼ੱਕ ਜਾਂ ਗੁਰੂ ਉੱਤੇ ਕੋਈ ਉਹਨੂੰ ਸਿੱਖ ਦੇ ਅੰਦਰ ਕੋਈ ਸ਼ੰਕਾ ਪੈਦਾ ਹੋਗੀ, ਨਹੀਂ, ਉਹਦੇ ਅੰਦਰੋਂ ਸ਼ਬਦ ਹੀ ਅਸਲ 'ਚ ਨਿਕਲ ਗਿਆ। ਕਿਉਂਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਬਾਣੀ ਕਹਿੰਦੀ ਕਈ ਵਾਰ ਸਿੱਖ ਦੇ ਕੋਲੋਂ ਸ਼ਬਦ ਬਾਹਰੋਂ ਨਿਕਲ ਜਾਂਦਾ ਭੁਲੇਖੇ ਨਾਲ, ਪਰ ਉਹ ਹਿਰਦੇ ਵਿੱਚੋਂ ਨਹੀਂ ਕਹਿਣਾ ਚਾਹੁੰਦਾ ਹੁੰਦਾ, ਅੰਦਰੋਂ ਨਹੀਂ ਕਹਿਣਾ ਚਾਹੁੰਦਾ ਹੁੰਦਾ, ਪਰ ਕਈ ਵਾਰ ਭੁਲੇਖੇ ਨਾਲ ਗਲਤੀ ਨਾਲ ਸ਼ਬਦ ਨਿਕਲ ਜਾਂਦਾ ਹੈ। ਉਹਦੇ ਕੋਲੋਂ ਸ਼ਬਦ ਨਿਕਲ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਸਿੱਖ ਨੂੰ ਹੁਣ ਕੁੰਦਨ ਵਰਗਾ ਬਣਾਉਣਾ ਹੈ, ਕੰਚਨ ਵਰਗਾ ਬਣਾ ਦੇਣਾ, ਮੈਂ ਖੋਟ ਨਹੀਂ ਸਿੱਖ ਅੰਦਰ ਰਤਾ ਜਿੰਨੀ ਨਹੀਂ ਰਹਿਣ ਦੇਣੀ ਤਾਂ ਕਿ ਗੁਰੂ ਤੇ ਕੋਈ ਸ਼ੱਕ ਨਾ ਰਹਿ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਲਾਲ ਸਿੰਘ ਜੀ ਸੱਚਮੁੱਚ ਹੀ ਮੈਨੂੰ ਲੱਗਦਾ ਤੇਰੀ ਢਾਲ ਬੜੀ ਵਧੀਆ ਹੈ ਤੇ ਆਪਾਂ ਇਹਦੀ ਪਰਖ ਕਰਾਂਗੇ, ਪਰ ਅੱਜ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੇਰੀ ਢਾਲ ਦੀ ਪਰਖ ਜ਼ਰੂਰ ਹੁਣ ਹੋਵੇਗੀ, ਪਰ ਤੇਰੀ ਢਾਲ ਦੀ ਪਰਖ ਆਪਾਂ ਕੱਲ ਕਰਾਂਗੇ, ਆਪਾਂ ਇਹਦੇ ਵਿੱਚ ਦੀ ਗੋਲੀ ਕੱਢ ਕੇ ਵੇਖਣੀ ਹੈ। ਹੁਣ ਦੇਖਿਓ ਅਰਦਾਸ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ। ਭਾਈ ਲਾਲ ਸਿੰਘ ਜੀ ਆਪਣੇ ਘਰੇ ਆਏ, ਘਰ ਵਾਲੀ ਨੇ ਪੁੱਛਿਆ, ਕਹਿਣ ਲੱਗੀ ਪਤੀ ਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲੇ ਤੁਸੀਂ ਢਾਲ ਲੈ ਕੇ ਗਏ ਸੀ, ਕਿੰਨੇ ਕੁ ਗੁਰੂ ਸਾਹਿਬ ਖੁਸ਼ ਹੋਏ? ਤੇ ਭਾਈ ਲਾਲ ਸਿੰਘ ਕਹਿਣ ਲੱਗਾ ਭਾਗਾਂ ਵਾਲੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਖੁਸ਼ ਹੋਏ ਨੇ, ਬੜੇ ਪ੍ਰਸੰਨ ਹੋਏ ਨੇ, ਬੜੀਆਂ ਰਹਿਮਤਾਂ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਕੱਲ ਨੂੰ ਗੁਰੂ ਸਾਹਿਬ ਨੇ ਫਿਰ ਬੁਲਾਇਆ ਹੈ। ਕਹਿੰਦੀ ਕੱਲ ਨੂੰ ਕਿਵੇਂ ਬੁਲਾਇਆ? ਕਹਿਣ ਲੱਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੇਰੀ ਢਾਲ ਦੀ ਪਰਖ ਕਰਨੀ ਹੈ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਕਿਹਾ ਇਹਦੇ ਵਿੱਚ ਦੀ ਗੋਲੀ ਨਹੀਂ ਨਿਕਲ ਸਕਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਨੂੰ ਮੈਂ ਇਹ ਵੀ ਕਹਿ ਆਇਆ ਭਾਗਵਾਨੇ ਕਿ ਇਸ ਢਾਲ ਵਿੱਚ ਦੀ ਤੁਸੀਂ ਵੀ ਗੋਲੀ ਨਹੀਂ ਕੱਢ ਸਕਦੇ। ਹੁਣ ਭਾਈ ਲਾਲ ਸਿੰਘ ਦੇ ਘਰ ਵਾਲੀ ਵੀ ਬੰਦਗੀ ਵਾਲੀ, ਭਗਤੀ ਵਾਲੀ, ਸੇਵਾ ਸਿਮਰਨ ਵਾਲੀ, ਸਤਸੰਗ ਕਰਨ ਵਾਲੀ ਸੀ। ਉਹ ਆਪਣੇ ਪਤੀ ਦੇਵ ਨੂੰ ਕਹਿੰਦੀ ਸੁਆਮੀ ਦੇਵ ਆਹ ਜਿਹੜਾ ਸ਼ਬਦ ਤੁਸੀਂ ਕਿਹਾ ਨਾ ਕਿ ਤੁਸੀਂ ਵੀ ਨਹੀਂ ਇਹਦੇ ਵਿੱਚ ਦੀ ਗੋਲੀ ਕੱਢ ਸਕਦੇ, ਪਤੀ ਦੇਵ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਹੀਂ ਸੀ ਤੁਸੀਂ ਕਹਿਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਨਹੀਂ ਕਰ ਸਕਦੇ, ਉਹ ਤੇ ਸਰਬ ਕਲਾ ਸਮਰੱਥ ਨੇ, ਸਭ ਕੁਝ ਕਰਨ ਕਾਰਨ ਦੀ ਸ਼ਕਤੀ ਹੈ ਗੁਰੂ ਕੋਲੇ, ਤੁਸੀਂ ਇਹ ਸ਼ਬਦ ਕਿਵੇਂ ਕਹਿ ਆਏ? ਹੁਣ ਉਸ ਵੇਲੇ ਤਾਂ ਕਹਿ ਲਓ ਭਾਵੇਂ ਲਾਲ ਸਿੰਘ ਨੂੰ ਸਮਝ ਨਹੀਂ ਆਈ, ਪਰ ਜਦੋਂ ਘਰੇ ਵਿਚਾਰ ਹੋਈ ਤੇ ਉਹਨੂੰ ਇਹ ਲੱਗਾ ਕਿ ਸੱਚਮੁੱਚ ਹੀ ਮੈਂ ਜੋ ਗੁਰੂ ਗੋਬਿੰਦ ਸਿੰਘ ਨੂੰ ਸ਼ਬਦ ਕਹਿ ਦਿੱਤੇ ਨਹੀਂ ਸੀ ਕਹਿਣੇ ਚਾਹੀਦੇ, ਪਰ ਹੁਣ ਕਰੀਏ ਕੀ? ਕੱਲ ਨੂੰ ਤਾਂ ਗੁਰੂ ਸਾਹਿਬ ਨੇ ਬੁਲਾਇਆ ਕਿ ਢਾਲ ਦੀ ਪਰਖ ਕਰਨੀ ਹੈ। ਫਿਰ ਘਰ ਵਾਲੀ ਨੇ ਤੇ ਦੋਨਾਂ ਜੀਆਂ ਨੇ ਮਿਲ ਕੇ ਸਲਾਹ ਕੀਤੀ, ਕਹਿਣ ਲੱਗੇ ਆਪਾਂ ਇੰਜ ਕਰੀਏ ਆਪਣੇ ਘਰ ਦੇ ਨੇੜੇ ਜਿੰਨੇ ਵੀ ਗੁਰਸਿੱਖ ਨੇ ਉਹਨਾਂ ਨੂੰ ਘਰੇ ਬੁਲਾਓ। ਰਾਤ ਨੂੰ ਘਰੇ ਸੱਦਾ ਦਿੱਤਾ ਗਿਆ ਗੁਰਸਿੱਖਾਂ ਨੂੰ, ਜੋ ਸਾਖੀਕਾਰ ਕਹਿੰਦਾ ਰਾਤ ਨੂੰ ਸੱਦਾ ਦਿੱਤਾ ਗਿਆ। ਆਏ ਨੇ ਗੁਰਸਿੱਖ, ਸਾਰੀ ਰਾਤ ਗੁਰਬਾਣੀ ਦਾ ਜਾਪ ਹੋਇਆ, ਕੀਰਤਨ ਹੋਇਆ, ਵਿਚਾਰਾਂ ਹੋਈਆਂ, ਸਿਫਤ ਹੋਈ ਗੁਰੂ ਮਹਾਰਾਜ ਜੀ ਦੀ ਸਾਰੀ ਰਾਤ। ਅੰਮ੍ਰਿਤ ਵੇਲਾ ਹੋਇਆ, ਮਿਲ ਕੇ ਸਾਰਿਆਂ ਨੇ ਨਿਤਨੇਮ ਬਾਣੀ ਦੇ ਪਾਠ ਕੀਤੇ, ਆਸਾ ਦੀ ਵਾਰ ਦੇ ਕੀਰਤਨ ਹੋਏ। ਜਦੋਂ ਸਮਾਪਤੀ ਹੋਈ ਤੇ ਇੱਕ ਸਿੱਖ ਨੇ ਪੁੱਛਿਆ ਭਾਈ ਲਾਲ ਸਿੰਘ ਜੀ ਤੁਸੀਂ ਸਾਰੀ ਰਾਤ ਗੁਰੂ ਜੀ ਦਾ ਓਟ ਆਸਰਾ ਲਿਆ ਹੈ, ਸਾਰੀ ਰਾਤ ਬਾਣੀ ਦਾ ਪ੍ਰਵਾਹ ਚੱਲਿਆ ਹੈ, ਤੇ ਭਾਈ ਲਾਲ ਸਿੰਘ ਜੀ ਇਹ ਦੱਸੋ ਵੀ ਹੁਣ ਅਰਦਾਸ ਕਰਨੀ ਹੈ ਤੇ ਕੀ ਅਰਦਾਸ ਕਰੀਏ? ਜਦੋਂ ਆਪਾਂ ਵੀ ਪੁੱਛਦੇ ਆਪਾਂ ਕਿਸੇ ਦੇ ਘਰੇ ਚਾਹੀਏ, ਚਾਹੇ ਕੋਈ ਗੁਰੂ ਘਰੇ ਆਉਂਦਾ ਹੈ, ਆਪਾਂ ਪੁੱਛਦੇ ਹਾਂ ਵੀ ਕਾਹਦੀ ਅਰਦਾਸ ਤੁਸੀਂ ਕਰਵਾਉਣੀ ਹੈ, ਕਿਹੜੀ ਅਰਦਾਸ ਕਰੀਏ? ਫਿਰ ਕੋਈ ਸਰੀਰਕ ਅਰੋਗਤਾ ਦੀ ਗੱਲ ਕਰਦਾ ਹੈ, ਕੋਈ ਕਾਰੋਬਾਰ ਦੀ ਗੱਲ ਕਰਦਾ ਹੈ, ਕੋਈ ਹੋਰ ਜਿਸ ਤਰ੍ਹਾਂ ਦਾ ਕੋਈ ਜੋ ਵੀ ਕਿਸੇ ਨੂੰ ਚਾਹੀਦਾ ਉਹਦੇ ਮੁਤਾਬਕ ਉਹ ਫਿਰ ਕਹਿੰਦਾ ਵੀ ਮੇਰੀ ਇਹ ਅਰਦਾਸ ਕਰਿਓ। ਸਿੱਖ ਪੁੱਛਦੇ ਭਾਈ ਲਾਲ ਸਿੰਘ ਜੀ ਅਰਦਾਸ ਕੀ ਕਰੀਏ? ਤੇ ਭਾਈ ਲਾਲ ਸਿੰਘ ਨੇ ਇੱਕੋ ਸ਼ਬਦ ਕਿਹਾ, ਕਹਿਣ ਲੱਗੇ ਮੇਰੇ ਵਾਸਤੇ ਅਰਦਾਸ ਇਹ ਕਰੋ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੀ ਲਾਜ ਰੱਖ ਲੈਣ, ਬਸ ਇਹ ਅਰਦਾਸ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੀ ਲਾਜ ਰੱਖ ਲੈਣ, ਮੇਰੀ ਲੱਜਿਆ ਰਹਿ ਜਾਏ, ਇਹ ਅਰਦਾਸ ਬੇਨਤੀ ਕਰ ਦਿਓ। ਸਿੱਖਾਂ ਨੇ ਅਰਦਾਸ ਕੀਤੀ। ਦਿਨ ਦਾ ਚੜ੍ਹਾਅ ਹੋਇਆ,
ਭਾਈ ਲਾਲ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਚਲੇ ਗਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕ ਦਿੱਤਾ। ਬੈਠ ਗਿਆ ਭਾਈ ਲਾਲ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਲਾਲ ਸਿੰਘ ਵੱਲੇ ਤੱਕਿਆ। ਗੁਰੂ ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਜਾਣ ਗਿਆ ਕਿ ਲਾਲ ਸਿੰਘ ਦੇ ਅੰਦਰ ਬਹੁਤ ਤਬਦੀਲੀ ਆਈ ਹੋਈ ਹੈ। ਬੈਠਾ ਹੋਇਆ ਲਾਲ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਰੀ ਹੋਈ ਸੰਗਤ ਦੇ ਇਕੱਠ ਵਿੱਚ ਮੇਰੇ ਸਾਹਿਬ ਨੇ ਵੀਰ ਆਸਣ ਬਣਾਇਆ ਆਪਣੀ, ਜਿਸ ਸਤਿਗੁਰੂ ਮਹਾਰਾਜ ਜੀ ਆਪਣੇ ਸਿੰਘਾਸਨ ਤੇ ਬੈਠੇ ਹੋਏ ਮੇਰੇ ਸਾਹਿਬ ਜੀ ਵੀਰ ਆਸਣ ਬਣਾ ਲਿਆ ਤੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ, ਕਹਿਣ ਲੱਗੇ ਸਾਨੂੰ ਬੰਦੂਕ ਫੜਾਓ। ਇੱਕ ਸਿੱਖ ਨੇ ਸਤਿਗੁਰੂ ਮਹਾਰਾਜ ਜੀ ਦੇ ਹੱਥ ਵਿੱਚ ਬੰਦੂਕ ਫੜਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਲਾਲ ਸਿੰਘ ਨੂੰ ਆਵਾਜ਼ ਮਾਰੀ, ਭਾਈ ਲਾਲ ਸਿੰਘ ਜੀ ਉਠੋ, ਤੁਹਾਡੀ ਢਾਲ ਦੀ ਕੋਈ ਪਰਖ ਕਰੀਏ। ਭਾਈ ਲਾਲ ਸਿੰਘ ਉੱਠਿਆ, ਉਹਨੇ ਆਪਣੀ ਢਾਲ ਨੂੰ ਪਕੜਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਥੋੜਾ ਜਿਹਾ ਦੂਰ ਹੋ ਕੇ ਸਾਈਡ ਤੇ ਕਰਕੇ ਆਪਣੀ ਢਾਲ ਨੂੰ ਰੱਖੋ ਤਾਂ ਕਿ ਆਪਾਂ ਦੀ ਪਰਖ ਕਰੀਏ, ਵੇਖੀਏ ਇਹਦੇ ਵਿੱਚ ਦੀ ਗੋਲੀ ਨਿਕਲਦੀ ਹੈ ਕਿ ਨਹੀਂ ਨਿਕਲਦੀ। ਭਾਈ ਲਾਲ ਸਿੰਘ ਨੇ ਉਸ ਢਾਲ ਨੂੰ ਪਕੜਿਆ, ਢਾਲ ਨੂੰ ਸਾਈਡ ਤੇ ਨਹੀਂ ਰੱਖਿਆ। ਭਾਈ ਲਾਲ ਸਿੰਘ ਨੇ ਢਾਲ ਨੂੰ ਸਿੱਧਾ ਹੀ ਆਪਣੀ ਛਾਤੀ ਉੱਤੇ ਰੱਖ ਲਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਈ ਲਾਲ ਸਿੰਘਾ, ਇਸ ਢਾਲ ਨੂੰ ਇੱਕ ਸਾਈਡ ਤੇ ਕਰ ਤਾਂ ਕਿ ਇਹਦੇ ਵਿੱਚ ਦੀ ਗੋਲੀ ਕੱਢ ਕੇ ਦੇਖਣੀ ਹੈ, ਤੂੰ ਛਾਤੀ ਤੇ ਕਿਉਂ ਰੱਖਿਆ ਹੈ? ਤੇ ਭਾਈ ਲਾਲ ਸਿੰਘ ਕਹਿੰਦਾ ਮਹਾਰਾਜ ਛਾਤੀ ਤੇ ਇਸ ਕਰਕੇ ਰੱਖਿਆ ਹੈ ਕਿ ਤੁਹਾਡੇ ਹੱਥ ਵਿੱਚ ਚੱਲੀ ਹੋਈ ਬੰਦੂਕ ਦੇ ਜਿਹੜੀ ਗੋਲੀ ਨਿਕਲਣੀ ਹੈ ਇਸ ਢਾਲ ਵਿੱਚ ਦੀ ਨਿਕਲ ਕੇ ਮੇਰੇ ਸੀਨੇ ਵਿੱਚ ਦੀ ਨਿਕਲ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਲਾਲ ਸਿੰਘਾ ਵੀ ਕੱਲ ਤਾਂ ਕਹਿੰਦਾ ਸੀ ਇਹਦੇ ਵਿੱਚ ਦੀ ਗੋਲੀ ਨਹੀਂ ਨਿਕਲ ਸਕਦੀ, ਅੱਜ ਕਹਿੰਦਾ ਢਾਲ ਵਿੱਚ ਦੀ ਗੋਲੀ ਨਿਕਲ ਕੇ ਸੀਨੇ ਵਿੱਚ ਦੀ ਨਿਕਲ ਜਾਏ। ਭਾਈ ਲਾਲ ਸਿੰਘ ਕਹਿੰਦਾ ਮਹਾਰਾਜ ਮੈਂ ਭੁੱਲ ਗਿਆ ਸੀ, ਦਾਤਾ ਤੂੰ ਕੀ ਨਹੀਂ ਕਰ ਸਕਦਾ? ਜੇ ਤੇਰੇ ਉੱਤੇ ਕੋਈ ਬੜਾ ਵੱਡਾ ਪੱਥਰ ਰੇੜਦਾ ਹੈ ਤੇ ਦਾਤਾ ਤੂੰ ਆਪਣਾ ਪੰਜਾ ਕਰ ਦੇਣਾ ਤੇ ਪੱਥਰ ਨੂੰ ਮੋਮ ਬਣਾ ਦੇਣਾ ਹੈ, ਤੂੰ ਕੀ ਨਹੀਂ ਕਰ ਸਕਦਾ? ਤੂੰ ਪਹਿਲੇ ਜਾਮੇ ਵਿੱਚ ਪੱਥਰਾਂ ਨੂੰ ਮੋਮ ਬਣਾ ਦਿੱਤਾ ਹੈ, ਦਾਤਾ ਤੂੰ ਪੱਥਰਾਂ ਵਿੱਚ ਦੀ ਗੋਲੀਆਂ ਕੱਢ ਸਕਦਾ ਹੈ, ਢਾਲ ਕੀ ਚੀਜ਼ ਹੈ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਨੂੰ ਜਿੱਥੋਂ ਤੱਕ ਪਹੁੰਚਾਉਣਾ ਸੀ ਕਹਿ ਲਓ ਸਿਖਰਾਂ ਤੱਕ ਪਹੁੰਚਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਭਾਈ ਲਾਲ ਸਿੰਘ ਜੀ ਸਾਡਾ ਹੁਕਮ ਹੈ ਕਿ ਢਾਲ ਨੂੰ ਇੱਕ ਸਾਈਡ ਤੇ ਕਰੋ। ਭਾਈ ਸਾਹਿਬ ਨੇ ਆਪਣੀ ਢਾਲ ਨੂੰ ਦੋਨਾਂ ਹੱਥਾਂ ਨਾਲ ਪਕੜਿਆ, ਇੱਕ ਸਾਈਡ ਤੇ ਕੀਤਾ। ਇਤਿਹਾਸਕਾਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਿਸ਼ਾਨਾ ਲਿਆ। ਢਾਲ ਦਾ ਨਿਸ਼ਾਨਾ ਲੈ ਕੇ ਸਤਿਗੁਰੂ ਮਹਾਰਾਜ ਜੀ ਫਿਰ ਆਪਣੀ ਬੰਦੂਕ ਨੂੰ ਰੱਖ ਦਿੰਦੇ ਨੇ। ਫਿਰ ਸਤਿਗੁਰੂ ਮਹਾਰਾਜ ਜੀ ਕੁਝ ਸਮਾਂ ਨੇਤਰ ਬੰਦ ਕਰਦੇ ਨੇ, ਨੇਤਰ ਖੋਲਦੇ ਨੇ, ਫਿਰ ਬੰਦੂਕ ਚੁੱਕਦੇ ਨੇ, ਢਾਲ ਦਾ ਨਿਸ਼ਾਨਾ ਲੈਂਦੇ ਨੇ, ਫਿਰ 2-4 ਮਿੰਟ ਬਾਅਦ ਬੰਦੂਕ ਨੂੰ ਰੱਖ ਦਿੰਦੇ ਨੇ। ਤੀਸਰੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੰਦੂਕ ਚੱਕੀ, ਢਾਲ ਦਾ ਨਿਸ਼ਾਨਾ ਲਿਆ ਪਰ ਗੋਲੀ ਨਹੀਂ ਚਲਾਈ, ਫਿਰ ਬੰਦੂਕ ਰੱਖ ਦਿੱਤੀ। ਸਤਿਗੁਰੂ ਉੱਠ ਪਏ। ਲਾਲ ਸਿੰਘ ਦੇ ਨੇਤਰ ਬੰਦ ਸਨ। ਇਉਂ ਕਹਿ ਲਓ ਅੰਦਰੇ ਅੰਦਰ ਲਾਲ ਸਿੰਘ ਦੇ ਅੰਦਰੋਂ ਜੋ ਵਿਚਾਰ, ਜੋ ਫੁਰਨੇ, ਜੋ ਅਰਦਾਸਾਂ ਉਹਦੇ ਅੰਦਰ ਦੇ ਜੋ ਸ਼ਬਦ ਨਿਕਲਦੇ ਸਨ ਉਹ ਗੁਰੂ ਕਲਗੀਆਂ ਵਾਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਰਹੇ ਸਨ। ਸਤਿਗੁਰੂ ਮਹਾਰਾਜ ਜੀ ਉੱਠੇ, ਵੀਰ ਆਸਣ ਤੋਂ ਮੇਰੇ ਸਾਹਿਬ ਜੀ ਭਾਈ ਲਾਲ ਸਿੰਘ ਦੇ ਕੋਲ ਚਲੇ ਗਏ। ਸਤਿਗੁਰੂ ਮਹਾਰਾਜ ਜੀ ਨੇ ਦੇਖਿਆ ਲਾਲ ਸਿੰਘ ਦੇ ਨੇਤਰ ਬੰਦ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾ ਕੇ ਭਾਈ ਲਾਲ ਸਿੰਘ ਦੀ ਢਾਲ ਉਹਦੇ ਹੱਥ ਵਿੱਚੋਂ ਫੜ ਲਈ ਤੇ ਢਾਲ ਫੜਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਛਾਤੀ ਨਾਲ ਲਾ ਕੇ, ਆਪਣੇ ਸੀਨੇ ਨਾਲ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਬਈ ਲਾਲ ਸਿੰਘਾ ਤੂੰ ਸੱਚ ਹੀ ਕਿਹਾ ਵੀ ਤੇਰੀ ਢਾਲ ਵਿੱਚ ਦੀ ਕੋਈ ਗੋਲੀ ਨਹੀਂ ਕੱਢ ਸਕਦਾ, ਸੱਚਮੁੱਚ ਤੇਰੀ ਢਾਲ ਵਿੱਚ ਦੀ ਗੋਲੀ ਨਿਕਲ ਹੀ ਨਹੀਂ ਸਕਦੀ। ਤੇ ਭਾਈ ਲਾਲ ਸਿੰਘ ਕਹਿੰਦਾ ਮਹਾਰਾਜ ਕਿਉਂ ਨਹੀਂ ਨਿਕਲ ਸਕਦੀ, ਤੁਸੀਂ ਤਾਂ ਸਭ ਕੁਝ ਕਰ ਸਕਦੇ ਹੋ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਜੇ ਲਾਲ ਸਿੰਘ ਵੀ ਕੱਲ ਵਾਲਾ ਹੀ ਹੁੰਦਾ, ਢਾਲ ਵੀ ਕੱਲ ਵਾਲੀ ਹੁੰਦੀ, ਅਸੀਂ ਜ਼ਰੂਰ ਗੋਲੀ ਕੱਢ ਦਿੰਦੇ। ਤੇ ਮਹਾਰਾਜ ਫਿਰ ਰਾਤੋਂ ਰਾਤ ਕੀ ਹੋ ਗਿਆ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਾਤ ਬਸ ਜਿਹੜੀ ਉਸ ਮਾਲਕ ਦੇ ਚਰਨਾਂ ਵਿੱਚ ਸਤ ਸੰਗਤ ਨੂੰ ਘਰੇ ਬੁਲਾ ਕੇ, ਗੁਰਸਿੱਖਾਂ ਨੂੰ ਘਰੇ ਬੁਲਾ ਕੇ ਸਾਰੀ ਰਾਤ ਬਾਣੀ ਦਾ ਜਾਪ ਕਰਦਿਆਂ ਹੋਇਆਂ ਤੇ ਅੰਮ੍ਰਿਤ ਵੇਲੇ ਜਿਹੜੀ ਤੇਰੀ ਅਰਦਾਸ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਉਹਨਾਂ ਸਿੱਖਾਂ ਨੇ ਨਾਂ ਲਏ 9 ਗੁਰੂਆਂ ਦੇ। ਤੇਰੀ ਅਰਦਾਸ 9 ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਪਹੁੰਚ ਗਈ ਹੈ। ਲਾਲ ਸਿੰਘ ਜੀ ਤੇਰੀ ਢਾਲ ਦੇ ਉੱਤੇ 9 ਗੁਰੂ ਸਾਹਿਬਾਨਾਂ ਨੇ ਆਪਣੇ ਹੱਥ ਰੱਖੇ ਹੋਏ ਸਨ। ਜੇ ਉਹਨਾਂ ਹੱਥਾਂ ਨੂੰ ਕਿਤੇ ਉਹਦੇ ਵਿੱਚ ਦੀ ਮੈਨੂੰ ਥੋੜਾ ਜਿੰਨਾ ਵੀ ਸਰਾਖ ਮਿਲ ਜਾਂਦਾ ਮੈਂ ਗੋਲੀ ਜ਼ਰੂਰ ਕੱਢ ਦਿੰਦਾ, ਪਰ ਤੇਰੀ ਢਾਲ ਉੱਤੇ ਤੇ 9 ਗੁਰੂਆਂ ਨੇ ਆਪਣੇ ਹੱਥ ਬੀੜ ਕੇ ਰੱਖੇ ਹੋਏ ਸਨ, ਮੈਂ ਗੋਲੀ ਕਿੱਧਰ ਦੀ ਕੱਢਦਾ। ਹੁਣ ਕੇਵਲ ਅਸੀਂ ਇਹਨੂੰ ਕਲਪਨਾ ਨਹੀਂ ਹੈ ਕਿ ਇਹ ਕੇਵਲ ਕਿ ਕੋਈ ਸ਼ਾਇਦ ਕਲਪਨਾ ਵਾਲੀ ਗੱਲ ਸੁਣਾ ਦਿੱਤੀ ਵੀ ਪਤਾ ਨਹੀਂ ਹੋਈ ਕਿ ਨਹੀਂ, ਇਤਿਹਾਸ ਹੈ। ਭਾਈ ਲਾਲ ਸਿੰਘ ਦਾ ਇਤਿਹਾਸ ਬੜਾ ਵੱਡਾ ਇਤਿਹਾਸ ਹੈ ਕਿ ਜਿਨ੍ਹਾਂ ਨੇ
ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਵੇਖੋ ਇਸ ਢਾਲ ਨੂੰ, ਭਾਵੇਂ ਹੋਰ ਵੀ ਸਿੱਖਾਂ ਨੇ ਬੜੀਆਂ ਸ਼ਸਤਰ ਤਾਂ ਬੜਿਆਂ ਨੇ ਲਿਆਂਦੇ, ਪਰ ਲਾਲ ਸਿੰਘ ਦੀ ਢਾਲ ਦਾ ਕਿਉਂ ਇਤਿਹਾਸ ਬਣ ਗਿਆ? ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਇਹਦੇ ਨਾਲ ਸਾਨੂੰ ਕਈ ਸਿੱਖਿਆ ਦੇ ਦਿੱਤੀਆਂ। ਇੱਕ ਤਾਂ ਇਹ ਸਿੱਖਿਆ ਮਿਲ ਗਈ ਕਿ ਸਿੱਖਾ ਗੁਰੂ ਚਰਨਾਂ 'ਚ ਅਰਦਾਸ ਕਰੀ, ਤੇਰੀ ਅਰਦਾਸ ਗੁਰੂ ਕਬੂਲ ਕਰੇਗਾ। ਦੂਜੀ ਸਿੱਖਿਆ ਇਹ ਮਿਲ ਗਈ, ਜੇ ਕਿਤੇ ਜਾਣੇ ਅਣਜਾਣੇ ਤੇਰੇ ਕੋਲੋਂ ਸ਼ਬਦ ਇਹ ਨਿਕਲ ਗਿਆ ਜਿਹਦੇ ਵਿੱਚ ਤੈਨੂੰ ਇਹ ਲੱਗੇ ਕਿ ਇਹਦੇ ਵਿੱਚ ਮੈਨੂੰ ਇਉਂ ਲੱਗਦਾ ਜਿਵੇਂ ਮੈਂ ਗੁਰੂ ਮਹਾਰਾਜ ਜੀ ਦੇ ਉੱਤੇ ਸ਼ੱਕ ਕਰ ਬੈਠਾ ਹਾਂ, ਤੇ ਸਿੱਖਾ ਤਾਂ ਵੀ ਅਰਦਾਸ ਕਰੀ, ਤੇਰਾ ਗੁਰੂ ਇਸ ਅੰਦਰ ਦੇ ਬਣੇ ਹੋਏ ਸ਼ੱਕ ਨੂੰ ਦੂਰ ਕਰ ਦੇਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਕੋਈ ਜਨ ਬਣ ਕੇ ਅਰਦਾਸ ਕਰਦਾ ਕਦੀ ਵਿਅਰਥ ਨਹੀਂ ਜਾਂਦੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਤਾਸ। ਜਦੋਂ ਇਸ ਧਰਤੀ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਉਣਾ ਸੀ ਤਾਂ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਸੁਣੀ ਪੁਕਾਰ ਦਾਤਾਰ ਪ੍ਰਭ। ਉੱਥੇ ਵੀ ਅਰਦਾਸ ਹੀ ਹੈ, ਜੀਵਾਂ ਦੀ ਅਰਦਾਸ ਪਹੁੰਚੀ ਮਾਲਕ ਦੇ ਦਰਬਾਰ ਵਿੱਚ, ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਜਗਤ ਉੱਤੇ ਆਏ। ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ, ਹੇ ਜੀਵ, ਜੇ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਤੂੰ ਮਹਿਲ ਜਾਣਨਾ ਚਾਹੁੰਦਾ ਹੈ ਤੇ ਸਾਹਿਬ ਕਹਿੰਦੇ ਇੱਕੋ ਹੀ ਢੰਗ ਹੈ, ਇੱਕ ਹੀ ਤਰੀਕਾ ਹੈ, ਉਹ ਹੈ ਉਹਦੇ ਚਰਨਾਂ 'ਚ ਅਰਜ਼ੋਈ ਕਰਨੀ, ਉਹ ਹੈ ਮਾਲਕ ਦੇ ਚਰਨਾਂ 'ਚ ਅਰਦਾਸ ਕਰਨੀ, ਬੇਨਤੀ ਕਰਨੀ, ਜੋਦੜੀ ਕਰਨੀ। ਮੇਰੇ ਸਾਹਿਬ ਕਹਿੰਦੇ ਜੇ ਅਰਦਾਸ ਬੇਨਤੀ ਜੋਦੜੀ ਕਰੇਗਾ ਤੇ ਮਾਲਕ ਤੈਨੂੰ ਆਪਣਾ ਮਹਿਲ, ਆਪਣਾ ਘਰ ਵਿਖਾ ਦੇਗਾ। ਕੇਵਲ ਘਰ ਹੀ ਨਹੀਂ, ਉਹ ਬੜਾ ਵੱਡਾ ਦਾਤਾ ਹੈ, ਤੈਨੂੰ ਮਨ ਇੱਛੇ ਫਲ ਵੀ ਦੇ ਦੇਗਾ। ਆਓ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਸ਼ਬਦ ਦਾ ਸਮੁੱਚਾ ਭਾਵ ਸੀ ਜੋ ਮੈਂ ਆਪ ਜੀ ਦੇ ਸਨਮੁਖ ਰੱਖਿਆ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਇੱਕ ਇੱਕ ਸ਼ਬਦ ਨੂੰ ਅਸੀਂ ਸਮਝ ਕੇ ਫਿਰ ਸਮਾਪਤੀ ਕਰਾਂਗੇ। ਸਾਹਿਬ ਕਹਿੰਦੇ ਨੇ, ਬਾਬੀਹਾ ਖਸਮੇ ਕਾ ਮਹਿਲ ਨ ਜਾਣਹੀ। ਐ ਜੀਵ, ਪਪੀਹੇ ਜੀਵ, ਤੂੰ ਪ੍ਰਭੂ ਪਰਮਾਤਮਾ ਦੇ ਮਹਿਲ, ਘਰ ਨੂੰ ਨਹੀਂ ਜਾਣਦਾ। ਪਰ ਜੇ ਤੂੰ ਜਾਣਦਾ ਨਹੀਂ ਫਿਰ ਉਹਦੇ ਵਾਸਤੇ ਮਹਿਲ ਦੇਖ ਅਰਦਾਸ ਕਰ। ਇੱਥੇ ਦੇਖ ਤੋਂ ਭਾਵ ਜੇ ਦੇਖਣਾ ਚਾਹੁੰਦਾ, ਜੇ ਤੂੰ ਮਾਲਕ ਦਾ ਘਰ ਵੇਖਣਾ ਚਾਹੁੰਦਾ, ਉਹਦਾ ਦਰ ਵੇਖਣਾ ਚਾਹੁੰਦਾ ਹੈ ਤਾਂ ਸਾਹਿਬ ਜੀ ਕਹਿੰਦੇ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰ। ਮਹਿਲ ਦੇਖ ਅਰਦਾਸ ਪਾਏ। ਜੇ ਤੂੰ ਅਰਦਾਸ ਕਰੇਗਾ ਤੇ ਮਾਲਕ ਦਾ ਤੈਨੂੰ ਦਰ, ਤੈਨੂੰ ਘਰ ਪ੍ਰਾਪਤ ਹੋ ਜਾਏਗਾ। ਆਪਣੇ ਭਾਣੈ ਬਹੁਤਾ ਬੋਲ ਹੈ, ਬੋਲਿਆ ਥਾਏ ਨਾ ਪਾਏ। ਸਾਹਿਬ ਕਹਿੰਦੇ ਆਪਣੇ ਭਾਣੇ ਦਾ ਮਤਲਬ ਹੈ ਕਿ ਮਨ ਦੀ ਮਰਜ਼ੀ ਨਹੀਂ। ਹੁਣ ਅਰਦਾਸ ਵੀ ਕਰਦੇ ਹੋਈਏ ਤੇ ਅਰਦਾਸ ਵਿੱਚ ਭਰੋਸਾ ਵੀ ਕੋਈ ਨਾ ਹੋਵੇ, ਆਪਣੇ ਮਨ ਦੀਆਂ ਮਰਜ਼ੀਆਂ ਵੀ ਕਰੀ ਜਾਈਏ ਤੇ ਅਰਦਾਸ ਵੀ ਕਰੀ ਜਾਈਏ, ਦੋ ਗੱਲਾਂ ਤਾਂ ਨਹੀਂ ਨਾ ਬਣਨਗੀਆਂ। ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ, ਲਿਖੀ ਹੈ, ਕਹਿਣ ਲੱਗਾ ਕਿ ਨਗਰ ਵਿੱਚ ਲੋਕ ਇਕੱਠੇ ਹੋਏ, ਸਾਰੇ ਪਿੰਡ ਦੇ ਲੋਕ, ਕਹਿੰਦੇ ਮੀਂਹ ਪਵਾਉਣ ਵਾਸਤੇ ਅਰਦਾਸ ਕਰਨੀ ਹੈ। ਤੇ ਸਾਰੇ ਲੋਕ ਪਿੰਡ ਦੇ ਇਕੱਠੇ ਹੋਏ ਤੇ ਇੱਕ ਰੱਬ ਦਾ ਪਿਆਰਾ ਫਕੀਰ ਤੁਰਿਆ ਆਉਂਦਾ ਸੀ। ਉਹਨੇ ਵੇਖਿਆ ਪਿੰਡ ਵਾਲੇ ਬੜੇ ਇਕੱਠੇ ਹੋਏ ਨੇ, ਪੁੱਛਿਆ ਭਾਈ ਕੀ ਕਰਨ ਲੱਗੇ ਹੋ? ਕਹਿੰਦੇ ਜੀ ਅਰਦਾਸ ਕਰਨ ਲੱਗੇ। ਕਹਿੰਦੇ ਕਾਹਦੇ ਵਾਸਤੇ ਅਰਦਾਸ ਕਰਨ ਲੱਗੇ ਹੋ? ਕਹਿਣ ਲੱਗੇ ਅਰਦਾਸ ਕਰਨ ਲੱਗੇ ਬਰਸਾਤ ਪੈ ਜਾਵੇ, ਮੀਂਹ ਪੈ ਜਾਵੇ, ਔੜ ਲੱਗੀ ਹੈ। ਤੇ ਕਹਿੰਦੇ ਫਕੀਰ ਹੱਸ ਪਿਆ ਤੇ ਪਿੰਡ ਵਾਲਿਆਂ ਪੁੱਛਿਆ ਜੀ ਹਾਸੀ ਕਾਹਦੀ ਆਈ ਤੁਹਾਨੂੰ? ਕਹਿਣ ਲੱਗਾ ਮੈਂ ਹੱਸਿਆ ਇਸ ਗੱਲ ਉੱਤੇ ਆ ਕਿ ਤੁਸੀਂ ਅਰਦਾਸ ਕਰਨ ਨਹੀਂ ਆਏ। ਉਹ ਕਹਿਣ ਲੱਗੇ ਜੀ ਅਰਦਾਸ ਹੀ ਕਰਨ ਵਾਸਤੇ ਤਾਂ ਅਸੀਂ ਆਏ ਹਾਂ। ਕਹਿੰਦਾ ਜੇ ਅਰਦਾਸ ਕਰਨ ਵਾਸਤੇ ਆਏ ਹੁੰਦੇ ਤੇ ਛਤਰੀਆਂ ਨਾ ਲੈ ਕੇ ਆਉਂਦੇ। ਜੇ ਮੀਂਹ ਦੀ ਅਰਦਾਸ ਕਰਨ ਆਏ ਹੋ ਤੇ ਛਤਰੀਆਂ ਲੈ ਕੇ ਆਉਣੀਆਂ ਸੀ। ਤੇ ਅੱਗੋਂ ਪਿੰਡ ਵਾਲਿਆਂ ਨੇ ਕਿਹਾ ਮੀਂਹ ਕਿਤੇ ਪੈ ਚੱਲਿਆ? ਕਹਿੰਦਾ ਬਸ ਪਿਆ ਹੀ ਸਮਝ ਲਓ ਫਿਰ ਤਾਂ। ਇੱਕ ਬੰਨੇ ਅਰਦਾਸ ਕਰਨ ਆਏ ਹੋ, ਦੂਜੇ ਬੰਨੇ ਉਹਨਾਂ ਨੇ ਕਿਹਾ ਵੀ ਮੀਂਹ ਕਿਤੇ ਪੈ ਚੱਲਿਆ, ਅਸੀਂ ਤਾਂ ਅਰਦਾਸ ਹੀ ਕਰਨ ਆਏ ਹਨ। ਜੇ ਇਦਾਂ ਦੀ ਅੰਦਰ ਭਾਵਨਾ ਵੀ ਅਸੀਂ ਤਾਂ ਅਰਦਾਸ ਕਰਨ ਆਏ, ਕਿਹੜਾ ਕੀਤਾ ਕੰਮ ਹੋ ਚੱਲਿਆ ਕਿ ਨਹੀਂ ਹੋ ਚੱਲਿਆ? ਸਾਹਿਬ ਕਹਿੰਦੇ ਫਿਰ ਤੇਰੇ ਅੰਦਰ ਦੀ ਕਾਹਦੀ ਫਿਰ ਅਰਦਾਸ ਹੈ? ਅਰਦਾਸ ਇਹ ਕਰਕੇ ਜਿਹਦੇ ਚਰਨਾਂ 'ਚ ਕਰਨ ਚੱਲਿਆ ਉਹਨੇ ਮੇਰਾ ਕਾਰਜ ਰਾਸ ਕਰ ਦੇਣਾ ਹੈ। ਸਾਹਿਬ ਜੀ ਕਹਿੰਦੇ ਆਪਣੇ ਭਾਣੇ ਬਹੁਤਾ ਬੋਲੇ ਤੋਂ ਭਾਵ ਹੈ ਆਪਣੇ ਮਨ ਦੀ ਮਰਜ਼ੀ ਨੂੰ ਤਿਆਗ ਕੇ ਤੂੰ ਗੁਰੂ ਚਰਨਾਂ 'ਚ ਅਰਦਾਸ ਕਰ, ਕਿਉਂਕਿ ਤੇਰਾ ਬੋਲਿਆ ਹੋਇਆ ਪ੍ਰਭੂ ਪਰਮਾਤਮਾ ਥਾਂ ਪਾ ਲਏਗਾ। ਪਰ ਜੇ ਤੂੰ ਗੁਰੂ ਦੇ ਆਸ਼ੇ ਮੁਤਾਬਕ ਬੋਲੇ ਤਾਂ ਥਾਂ ਪੈਣਾ, ਆਪਣੇ ਮਨ ਦੀ ਮਰਜ਼ੀ ਦਾ ਬੋਲਿਆ ਥਾਂ ਨਹੀਂ ਪਏਗਾ। ਸਾਹਿਬ ਕਹਿੰਦੇ ਖਸਮ ਵੱਡਾ ਦਾਤਾਰ ਹੈ, ਜੋ ਇੱਛਾ ਸੋ ਫਲ ਪਾਏ। ਉਹ ਮਾਲਕ ਪਰਮਾਤਮਾ ਖਸਮ ਪਰਮੇਸ਼ਰ ਜਿਹੜਾ ਨਾ ਉਹ ਬੜਾ ਵੱਡਾ ਦਾਤਾਰ ਤੋਂ ਭਾਵ ਦਾਤਾ, ਸਾਰੀਆਂ ਦਾਤਾਂ ਦੇਣ ਵਾਲਾ। ਅਸੀਂ ਉਹਨੂੰ ਦੇਖੋ ਸ਼ਬਦ ਪੜ੍ਹਦੇ ਹਾਂ ਕਿ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਇਹਦਾ ਮਤਲਬ ਸੱਚੇ ਸਾਹਿਬ ਜੀ ਕਿਹੜੀ ਦਾਰ ਤੇਰੇ ਘਰ ਵਿੱਚ ਨਹੀਂ, ਸਭ ਕੁਝ ਹੈ। ਅਸੀਂ ਸਾਹਿਬ ਦੇ ਬਚਨ ਪੜ੍ਹਦੇ ਹਾਂ ਬਾਣੀ ਵਿੱਚੋਂ ਕਿ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸਾਹਿਬ ਜੀ ਕਹਿੰਦੇ ਨੇ ਉਹ ਬੜਾ ਵੱਡਾ ਦਾਤਾਰ, ਦਾਤਾਂ ਦੇਣ ਵਾਲਾ, ਸਭ ਕੁਝ ਉਹਦੇ ਤੋਂ ਮਿਲਦਾ ਹੈ। ਜੋ ਇੱਛੇ ਸੋ ਫਲ ਪਾਏ, ਜਿਹੜੀ ਤੇਰੇ ਮਨ ਵਿੱਚ ਇੱਛਾ ਹੋਏਗੀ
ਪ੍ਰਭੂ ਪਰਮਾਤਮਾ ਤੈਨੂੰ ਉਹ ਫਲ ਦੇ ਦੇਗਾ। ਤੂੰ ਉਹਦੇ ਚਰਨਾਂ 'ਚ ਬੇਨਤੀ ਕਰ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਅਖੀਰਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ, ਬਬੀਹਾ ਕਿਆ ਬਪੁੜਾ, ਐ ਬਬੀਹੇ ਵਿਚਾਰੇ, ਬਪੜੇ ਤੋਂ ਭਾਵ ਆ ਵਿਚਾਰਾ, ਐ ਜੀਵ ਬਪੜਾ ਤੂੰ ਕੀ ਅਰਦਾਸ ਬੇਨਤੀਆਂ ਕਰੇਗਾ। ਜਗਤੇ ਕੀ ਤਿਖ ਜਾਇਓ, ਤਾਂ ਸਾਰੇ ਜਗਤ ਨੂੰ ਹੀ ਪਾਲਣ ਵਾਲਾ ਹੈ। ਉਹ ਤਾਂ ਸਾਰੇ ਜਗਤ ਦੀ ਅਰਦਾਸ ਸੁਣਦਾ, ਸਾਰੇ ਜੀਵ ਜੰਤੂ ਪਸ਼ੂ ਪੰਛੀਆਂ ਦੀ ਅਰਦਾਸ ਵੀ ਉਹ ਸੁਣਦਾ ਹੈ। ਤੂੰ ਵਿਚਾਰਾ ਕੀ ਹੈ ਪਪੀਹੇ, ਤੇ ਭਾਵ ਤੇਰੀ ਵੀ ਬੇਨਤੀ ਸੁਣ ਜਾਏਗਾ। ਜਿੱਥੇ ਬਾਕੀ ਜੀਵਾਂ ਜੰਤੂਆਂ ਦੀ ਉਹ ਪਰਮਾਤਮਾ ਬੇਨਤੀ ਨੂੰ ਸੁਣਦਾ, ਉੱਥੇ ਤੇਰੀ ਵੀ ਅਰਦਾਸ ਬੇਨਤੀ ਪਰਮਾਤਮਾ ਸੁਣੇਗਾ। ਜਿਸ ਦਿਨ ਤੇਰੀ ਅਰਦਾਸ ਬੇਨਤੀ ਮਾਲਕ ਨੇ ਸੁਣ ਲਈ, ਜਗਤੈ ਕੀ ਤਿਖ ਜਾਏ, ਤਿਖ ਮੈਣੇ ਪਿਆਸ, ਤੇਰੀ ਸਾਰੀ ਪਿਆਸ ਮਿਟ ਜਾਏਗੀ। ਭਾਵ ਇਹ ਬਣਿਆ ਕਿ ਜੀਵ ਦੀ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਪਿਆਸ ਹੈ। ਅਰਦਾਸ ਕਰਦੇ ਰਹੀਏ ਮਾਲਕ ਦੇ ਚਰਨਾਂ ਵਿੱਚ। ਇਹ ਅਰਦਾਸ ਸੁਣ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਸਾਡੇ 'ਤੇ ਕਿਰਪਾ ਕਰਨੀ। ਇਸੇ ਨੂੰ ਹੀ ਤੇ ਭੱਟਾਂ ਨੇ ਕਿਹਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆ ਕੇ, ਕਹਿਣ ਲੱਗੇ, ਹੇ ਮਾਲਕ ਜੀ, ਸਾਡੇ ਤੇਰੇ ਚਰਨਾਂ 'ਚ ਇੱਕ ਅਰਦਾਸ ਹੈ। ਤੇਰਾ ਦਰ ਸੁਣ ਕੇ ਆਏ ਆ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ। ਇੱਕ ਕੀਰਤ ਭੱਟ ਤੇਰੇ ਚਰਨਾਂ 'ਚ ਮਾਲਕ ਅਰਦਾਸ ਕਰਦਾ ਹੈ, ਗੁਰ ਰਾਮਦਾਸ ਰਾਖੋ ਸ਼ਰਨਾਈ। ਇਹ ਦਾਤਾ ਤੇਰੀ ਸ਼ਰਨ ਆਏ ਆ, ਤੇ ਸ਼ਰਨ ਆਇਆਂ ਦੀ ਤੂੰ ਲਾਜ਼ ਰੱਖ ਲੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਾਨੂੰ ਇਹੀ ਸਮਝਾਇਆ ਕਿ ਮਾਲਕ ਦੇ ਚਰਨਾਂ 'ਚ ਬੇਨਤੀ ਜੋਦੜੀ ਅਰਦਾਸ ਕਰਨੀ ਚਾਹੀਦੀ ਹੈ। ਅਰਦਾਸ ਕਰਨ ਲੱਗਿਆਂ 4 ਗੱਲਾਂ ਦਾ ਖਿਆਲ ਰੱਖਣਾ ਹੈ। ਉਹ ਅੰਤਰਜਾਮੀ ਹੈ, ਰੱਖਿਆ ਕਰਨ ਵਾਲਾ ਹੈ, ਦਾਤਾਰ ਦਾਤਾ ਹੈ, ਤੇ ਸਹਾਰਾ ਦੇਣ ਵਾਲਾ ਹੈ। ਸਾਹਿਬ ਜੀ ਕਹਿੰਦੇ ਨੇ ਇਹ ਸ਼ਬਦ ਅਰਦਾਸ ਦੇ ਕੋਈ ਆਪਣੀ ਆਪਣੀ ਭਾਵਨਾ ਨਾਲ ਜਿਵੇਂ ਜਿਵੇਂ ਕਰਦਾ ਹੈ ਕਰੇ, ਪਰ ਪੰਥਕ ਮਰਜ਼ਾਦਾ ਮੁਤਾਬਕ ਜਿਹੜੀ ਅਰਦਾਸ ਹੈ ਉਹ ਜੋ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ 'ਤੇ ਹੁੰਦੀ ਹੈ, ਉਹ ਪੰਥ ਨੇ ਬਣਾਈ ਹੋਈ ਅਰਦਾਸ ਹੈ। ਜਿਨ੍ਹਾਂ ਸ਼ਬਦਾਂ ਨੂੰ ਅਸੀਂ ਵੱਧ ਘੱਟ ਨਹੀਂ ਕਰ ਸਕਦੇ। ਨਿੱਜੀ ਤੌਰ 'ਤੇ ਕੋਈ ਆਪਣੀ ਅਰਦਾਸ ਕਰਦਾ ਤੇ ਜਿਹੜੇ ਮਰਜ਼ੀ ਉਹ ਸ਼ਬਦ ਵਰਤ ਸਕਦਾ ਹੈ। ਬਕਾਇਦਾ ਲਿਖਿਆ ਸਿੱਖ ਰਹਿਤ ਮਰਜ਼ਾਦਾ ਵਿੱਚ ਕਿ ਪਹਿਲੀ ਜਿਹੜੀ ਪੌੜੀ ਹੈ, ਇੱਕ ਓੰਕਾਰ, ਜਿੱਥੇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ ਤੋਂ ਲੈ ਕੇ ਤੇਗ ਬਹਾਦਰ ਸਿਮਰਿਆ ਘਰਨ ਉਨ ਦਿਆਵੇ, ਧਾਏ ਸਭ ਥਾਈ ਹੋਏ ਸਹਾਏ। ਇਹ ਪੌੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ। ਅਖੀਰਲਾ ਜਿਹੜਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਰਹਿਤ ਮਰਜ਼ਾਦਾ 'ਚ ਲਿਖਿਆ ਵੀ ਇਹਨਾਂ 2 ਸ਼ਬਦਾਂ 'ਚ ਕੋਈ ਤਬਦੀਲੀ ਨਹੀਂ ਕਰ ਸਕਦਾ। ਬਾਕੀ ਸ਼ਬਦਾਂ ਦੇ ਵਿੱਚ ਕੋਈ ਬੋਲਣ ਲੱਗਿਆ ਸ਼ਬਦ ਅੱਗੇ ਪਿੱਛੇ ਹੋ ਜਾਏ ਉਹ ਵੱਖਰੀ ਗੱਲ ਹੈ, ਪਰ ਇਹਨਾਂ 2 ਸ਼ਬਦਾਂ ਨੂੰ ਕੋਈ ਤਬਦੀਲ ਨਹੀਂ ਕਰ ਸਕਦਾ। ਪਰ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਕੌਮ ਦੇ ਵਿੱਚ ਦੁਬਿਧਾਵਾਂ ਪਾਉਣ ਵਾਲੇ ਲੋਕਾਂ ਨੇ ਇਹਦੇ 'ਚ ਵੀ ਦੁਬਿਧਾ ਪਾ ਕੇ ਰੱਖ ਦਿੱਤੀ ਹੈ ਕਿ ਅਰਦਾਸ ਦੇ ਸ਼ਬਦ ਜਿਹੜੇ ਬਦਲਣੇ ਸ਼ੁਰੂ ਕਰ ਦਿੱਤੇ ਹੈ। ਮੈਂ ਤਾਂ ਹੈਰਾਨ ਹੋਇਆ ਕਿ ਬੜਾ ਅੱਗੇ ਲੋਕ ਉਹ ਚੱਲ ਗਏ ਨੇ, ਬੜਾ ਅੱਗੇ ਵਧਦੇ ਜਾਂਦੇ ਨੇ ਉਹ ਲੋਕ। ਉਹਨਾਂ ਨੇ ਦੁਬਈ ਦੇ ਵਿੱਚ ਖੰਡੇ ਬਾਟੇ ਦੀ ਪੌਲ ਤਿਆਰ ਕਰਨ ਲੱਗਿਆਂ ਕੇਵਲ 2 ਹੀ ਬਾਣੀਆਂ ਪੜ੍ਹੀਆਂ ਨੇ, ਜਪਜੀ ਸਾਹਿਬ ਤੇ ਆਨੰਦ ਸਾਹਿਬ। 3 ਬਾਣੀਆਂ ਨਹੀਂ ਪੜ੍ਹੀਆਂ। ਸੁਚੇਤ ਹੋਣ ਦੀ ਲੋੜ ਹੈ ਕੌਮ ਨੂੰ। ਬਹੁਤ ਕੁਝ ਐਸਾ ਹਮਲੇ ਜਿਹੜੇ ਆ ਦਿਨੋਂ ਦਿਨ ਹੁੰਦੇ ਰਹੇ ਨੇ, ਦਿਨੋਂ ਦਿਨ ਹੋ ਰਹੇ ਨੇ। ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਵੀ ਹਮਲੇ ਕਰਨ ਤੁਰ ਪੈਣਾ ਹੈ। ਇਸ ਪੰਕਤੀ ਨੂੰ ਆਧਾਰ ਬਣਾ ਕੇ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਭੱਟਾਂ ਦੀ ਬਾਣੀ ਤੇ ਭਗਤਾਂ ਦੀ ਬਾਣੀ ਤੇ ਗੁਰਸਿੱਖਾਂ ਦੀ ਬਾਣੀ ਤੇ ਵੀ ਇਹਨਾਂ ਲੋਕਾਂ ਨੇ ਕਿੰਤੂ ਕਰਨ ਤੋਂ ਹਟਣਾ ਨਹੀਂ। ਸੁਚੇਤ ਹੋਣ ਦੀ ਕੌਮ ਨੂੰ ਲੋੜ ਹੈ, ਪਰ ਕੌਣ ਕਰੇ? ਜਿਨ੍ਹਾਂ ਤੋਂ ਆਸ ਹੈ ਉਹ ਤੇ ਆਪ ਹੀ ਜਥੇਦਾਰ, ਉਹਨਾਂ ਦਾ ਆਪਣਾ ਹੀ ਜੋ ਕੁਝ ਉੱਥੇ ਜਲੂਸ ਨਿਕਲਿਆ ਪਿਆ ਹੈ। ਕੌਮ ਕੀ ਕਰੇ? ਜਿੱਥੋਂ ਕੁਝ ਸੇਧ ਲੈਣੀ ਸੀ ਉੱਥੇ ਸਾਰਾ ਢਾਂਚਾ ਵਿਗੜਿਆ ਪਿਆ। ਗੁਰੂ ਕਿਰਪਾ ਕਰੇ ਅਸੀਂ ਸੁਚੇਤ ਰਹੀਏ ਕਿ ਕਦੇ ਵੀ ਇਹਨਾਂ ਸ਼ਬਦਾਂ ਦੀ ਕੋਈ ਹੇਰਾਫੇਰੀ ਨਾ ਹੋਵੇ ਅਤੇ ਅੰਮ੍ਰਿਤ ਸੰਚਾਰ ਵਾਲੀਆਂ ਬਾਣੀਆਂ ਵਿੱਚ ਕੋਈ ਕਿਸੇ ਤਰ੍ਹਾਂ ਦੀ ਤਬਦੀਲੀ ਨਾ ਕਰੇ। ਇਹਨਾਂ ਚੀਜ਼ਾਂ ਦਾ ਹਰੇਕ ਸਿੱਖ ਨੂੰ ਆਪਣੇ ਤੌਰ 'ਤੇ ਨਿੱਜੀ ਤੌਰ 'ਤੇ ਵੀ ਸੁਚੇਤ ਰਹਿਣ ਦੀ ਲੋੜ ਹੈ, ਤਾਂ ਕਿ ਉਹ ਲੋਕ ਗੁਰੂ ਦੀ ਬਾਣੀ, ਗੁਰੂ ਦੇ ਇਤਿਹਾਸ, ਗੁਰੂ ਦੇ ਬਚਨਾਂ ਉੱਤੇ ਇਸ ਤਰ੍ਹਾਂ ਦੀਆਂ ਕਰ ਕਰਕੇ ਸੰਗਤਾਂ ਨੂੰ ਤੋੜਨ ਵਾਲੇ ਸਾਡੇ ਕੁਝ ਨਹੀਂ ਲੱਗਦੇ। ਭਾਵੇਂ ਉਹ ਸਿੱਖੀ ਭੇਸ ਵਿੱਚ ਕਿਵੇਂ ਵੀ ਉਹਨਾਂ ਦਾ ਨਾਂ ਦੁਨੀਆ ਵਿੱਚ ਹੋਵੇ, ਪਰ ਸਾਡੇ ਵਾਸਤੇ ਉਹੀ ਸਤਿਕਾਰਯੋਗ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਗੁਰੂ ਦਾ ਸਿਧਾਂਤ, ਗੁਰੂ ਦੀ ਮਰਜ਼ਾਦਾ ਨੂੰ ਕਾਇਮ ਰੱਖਦੇ ਆ। ਸਾਡੇ ਵਾਸਤੇ ਉਹੀ ਮਾਣਯੋਗ ਹੈ, ਦੂਜਾ ਕੋਈ ਨਹੀਂ ਹੈ।
ਭਾਵੇਂ ਉਹ ਕਿੱਡੀਆਂ ਵਿੱਚੀਆਂ ਉੱਚ ਪਦਵੀਆਂ ਤੇ ਬੈਠਾ ਹੋਵੇ। ਸੋ ਗੁਰੂ ਕਿਰਪਾ ਕਰੇ। ਬੇਨਤੀ ਤਾਂ ਕੀਤੀ ਸੀ ਕਿ ਅੱਜ ਦਾ ਪ੍ਰਕਰਨ ਹੀ ਅਰਦਾਸ ਦਾ ਸੀ। ਮਾਲਕ ਕਿਰਪਾ ਕਰੇ ਸਾਨੂੰ ਵੀ ਅਰਦਾਸ ਕਰਨ ਦੀ ਸਤਿਗੁਰੂ ਜਾਚ ਸਿਖਾ ਦੇਣ, ਤਾਂ ਕਿ ਅਸੀਂ ਮਾਲਕ ਦੇ ਦਰ ਘਰ ਦੇ ਮਹਿਲ ਦੀ ਕੋਈ ਸਮਝ ਸੂਝ ਬੂਝ ਰੱਖ ਸਕੀਏ। ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਾਧ ਸੰਗਤ ਤੇ ਸਤਿਗੁਰੂ ਬਖਸ਼ਣਯੋਗ ਹੈ। ਭੁੱਲ ਚੁੱਕ ਦੀ ਖਿਮਾ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ